ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈਆਂ ਕੁਝ ਖਿਆਲ ਕੁਝ ਸਵਾਲ। ਕਹਿੰਦੇ ਨੇ ਕਿ ਜੇ ਤੁਸੀਂ ਕੋਈ ਵੱਡੀ ਕਿਤਾਬ ਪੜ੍ਹਦੇ ਹੋ, ਵੱਡੀ ਕਿਤਾਬ ਅਕਸਰ ਅਕੀਵਾਂ ਅਤੇ ਨੀਰਸਤਾ ਪੈਦਾ ਕਰਦੀ ਹੈ। ਪਰ ਪਿਛਲੇ ਦਿਨੀਂ ਮੈਂ ਇੱਕ ਇਹੋ ਜਿਹੀ ਕਿਤਾਬ ਪੜ੍ਹੀ ਹੈ ਜਿਹੜੀ ਇੱਕ ਵੱਡੀ ਕਿਤਾਬ ਹੈ, 428 ਪੰਨਿਆਂ ਦੀ ਕਿਤਾਬ ਹੈ, ਪਰ ਇਸ ਕਿਤਾਬ ਨੇ ਮੈਨੂੰ ਇਹੋ ਜਿਹਾ ਕੋਈ ਵੀ ਅਹਿਸਾਸ ਨਹੀਂ ਦਿੱਤਾ। ਨਾ ਮੈਂ ਅੱਕੀ, ਨਾ ਮੈਨੂੰ ਇਸ ਤਰ੍ਹਾਂ ਲੱਗਾ ਕਿ ਕਿਤਾਬ ਨੇ ਕਿਸੇ ਤਰ੍ਹਾਂ ਦੀ ਨੀਰਸਤਾ ਪੈਦਾ ਕੀਤੀ ਹੈ। ਸਗੋਂ ਇਸ ਕਿਤਾਬ ਨੇ ਮੇਰੇ ਅੰਦਰ ਹੋਰ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ ਹੈ। ਜਦੋਂ ਕਿਤਾਬਾਂ ਬਾਰੇ ਪੜ੍ਹਨਾ ਸ਼ੁਰੂ ਕਰ ਦਿਓ, ਬਹੁਤ ਗੱਲਾਂ ਹੁੰਦੀਆਂ ਕਿਤਾਬਾਂ ਬਾਰੇ। ਇੱਕ ਗੱਲ ਮੈਨੂੰ ਯਾਦ ਆਈ, ਕਹਿੰਦੇ ਕਿ ਜੇ ਤੁਸੀਂ ਕੋਈ ਕਿਤਾਬ ਪੜ੍ਹ ਰਹੇ ਹੋ ਤਾਂ ਕਿਤਾਬ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਿਤਾਬ ਕੋਈ ਬਰਫ਼ ਨੂੰ ਤੋੜਨ ਵਾਲੀ ਕੁਹਾੜੀ ਹੋਵੇ, ਅਤੇ ਜਿਹੜੀ ਸਾਡੇ ਅੰਦਰ ਜੰਮ ਚੁੱਕੀ ਬਰਫ਼ ਨੂੰ ਤੋੜ ਕੇ ਰੱਖ ਦੇਵੇ। ਅਤੇ ਇੱਕ ਇਸੇ ਤਰ੍ਹਾਂ ਦੀ ਕਿਤਾਬ ਦਾ ਜ਼ਿਕਰ ਅੱਜ ਮੈਂ ਕਰਨਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਕਿੱਸਾ ਰੌਕੀ ਰੇਸ਼ਮਾ ਦਾ। ਕਿੱਸਾ ਰੌਕੀ ਰੇਸ਼ਮਾ ਦੇ ਲੇਖਕ ਪਾਲੀ ਭੁਪਿੰਦਰ ਹੁਣਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ। ਅਸਲ ਦੇ ਵਿੱਚ ਜਦੋਂ ਪਾਲੀ ਭੁਪਿੰਦਰ ਹੁਣਾਂ ਦਾ ਜ਼ਿਕਰ ਛਿੜਦਾ ਪੰਜਾਬੀ ਕਲਾ ਅਤੇ ਸਾਹਿਤ ਦੇ ਖੇਤਰ ਦੇ ਵਿੱਚ, ਉਹਨਾਂ ਨੂੰ ਆਮ ਕਰਕੇ ਇੱਕ ਨਾਟਕਕਾਰ, ਇੱਕ ਸਕਰੀਨ ਪਲੇ ਰਾਈਟਰ, ਡਾਇਰੈਕਟਰ ਦੇ ਤੌਰ 'ਤੇ ਜਾਣਿਆ ਜਾਂਦਾ। ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਵੀ ਰਹੇ ਨੇ ਅਤੇ ਹੁਣ ਉਹ ਇੱਕ ਕਿੱਸਾਕਾਰ ਬਣ ਚੁੱਕੇ ਨੇ। ਸੋ ਕਿੱਸਾਕਾਰ ਪਾਲੀ ਭੁਪਿੰਦਰ ਹੁਣਾਂ ਦਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਨਵਜੋਤ ਤੁਹਾਡਾ, ਔਰ ਤੁਹਾਡੇ ਹਸਬੈਂਡ ਦਾ ਕਿ ਤੁਸੀਂ ਆਪਣੇ ਮੈਨੂੰ ਸ਼ੋਅ ਦੇ ਵਿੱਚ ਆਪਣੇ ਪੰਜਾਬੀ ਦਰਸ਼ਕਾਂ ਪਾਠਕਾਂ ਦੇ ਰੂਬਰੂ ਕਰਨ ਦਾ ਚਾਂਸ ਦੇ ਰਹੇ ਹੋ, ਮੌਕਾ ਦੇ ਰਹੇ ਹੋ। ਇਹ ਬਹੁਤ ਵੱਡੀ ਗੱਲ ਹੈ। ਪਾਲੀ ਭੁਪਿੰਦਰ ਜੀ, ਪਹਿਲਾ ਸਵਾਲ ਹੀ ਮੈਂ ਇਹ ਕਰੂੰਗੀ ਕਿ ਤੁਸੀਂ ਬਹੁਤ ਕੁਝ ਲਿਖਿਆ ਹੁਣ ਤੱਕ, ਪਰ ਇਹ ਜਿਹੜਾ ਕਿੱਸਾ ਲਿਖਣ ਦਾ ਫੁਰਨਾ, ਇਹ ਕਿੱਥੋਂ ਫੁਰਿਆ? ਕਿਵੇਂ ਖਿਆਲ ਆਇਆ ਕਿ ਇੱਕ ਕਿੱਸਾ ਲਿਖਿਆ ਜਾਏ? ਬੇਸਿਕਲੀ ਮੈਂ ਨਾਟਕ ਲਿਖਦਾ ਔਰ ਮੈਂ ਕੋਈ 37 ਦੇ ਕਰੀਬ ਨਾਟਕ ਲਿਖੇ, ਲੇਕਿਨ 2015 ਤੋਂ ਨਵਜੋਤ ਇਹ ਹੋਇਆ ਕਿ ਮੈਂ ਨਾਟਕ ਲਿਖ ਨਹੀਂ ਪਾਇਆ। ਮੈਂ ਆਖਰੀ ਨਾਟਕ ਲਿਖਿਆ ਸੀ ਦਿੱਲੀ ਰੋਡ ਤੇ ਇੱਕ ਹਾਦਸਾ, ਤੇ ਇਹਦੇ ਮੈਂ ਚੰਡੀਗੜ੍ਹ, ਅੰਮ੍ਰਿਤਸਰ, ਦਿੱਲੀ ਸ਼ੋਅ ਕੀਤੇ, ਔਰ ਮਤਲਬ ਕਿ ਸਾਹਿਤਕ ਤੌਰ ਤੇ ਇਹ ਨਾਟਕ ਮੇਰੇ ਆਪਣੇ ਲਈ ਇੱਕ ਮਤਲਬ ਕਿ ਇੱਦਾਂ ਕਹੋ ਕਿ ਚੈਲੰਜ ਬਣ ਗਿਆ। ਮੈਂ ਜਿੱਥੇ ਪਹੁੰਚ ਕੇ ਇਹ ਲਿਖਿਆ, ਮੈਨੂੰ ਐਂ ਲੱਗਣ ਲੱਗ ਪਿਆ ਕਿ ਉਸ ਤੋਂ ਬਾਅਦ ਮੈਂ ਜਦੋਂ ਵੀ ਕੋਈ ਨਾਟਕ ਲਿਖਦਾ ਸੀ, ਮੈਨੂੰ ਐਂ ਲੱਗਦਾ ਸੀ ਕਿ ਨਹੀਂ, ਇਹ ਉਹਦੇ ਪੱਧਰ ਦਾ ਨਹੀਂ ਹੈ। ਔਰ ਮੈਨੂੰ ਇੱਕ ਫੋਬੀਆ ਹੈ ਕਿਉਂਕਿ ਮੈਂ ਪੰਜਾਬੀ ਦਾ ਆਲਮੋਸਟ ਸਾਰਾ ਨਾਟਕ ਪੜ੍ਹਿਆ ਹੋਇਆ, ਕੋਈ 1300-1400 ਦੇ ਕਰੀਬ ਆਪਣੀ PhD ਦੇ ਸਿਲਸਿਲੇ ਵਿੱਚ। ਤੇ ਮੈਂ ਉਹਦੇ ਵਿੱਚੋਂ ਇੱਕ ਬੜੀ ਇੰਟਰਸਟਿੰਗ ਚੀਜ਼ ਇਹ ਲੱਭੀ ਸੀ ਕਿ ਜਿੰਨੇ ਵੀ ਵੱਡੇ ਨਾਟਕਕਾਰ ਹੋਏ ਮੇਰੇ ਤੋਂ ਪਹਿਲਾਂ, ਉਹਨਾਂ ਨੇ ਆਖਰੀ ਸਮੇਂ ਦੇ ਵਿੱਚ ਨਾ ਕੋਈ ਬਹੁਤ ਵਧੀਆ ਨਾਟਕ ਨਹੀਂ ਲਿਖੇ। ਅੱਛਾ। ਮਤਲਬ ਕਿ ਮੈਂ ਇਹ ਨੋਟ ਕੀਤਾ ਕਿ ਉਹ ਜਦੋਂ ਸ਼ੁਰੂ ਲਿਖਦੇ ਨੇ, ਇੱਕ ਸਟੇਜ ਤੇ ਜਾ ਕੇ ਪੀਕ ਆ ਜਾਂਦੀ ਹੈ, ਤੇ ਪੀਕ ਤੋਂ ਬਾਅਦ ਫਿਰ ਉਹ ਫਾਲ ਤੇ ਚਲੇ ਜਾਂਦੇ ਨੇ। ਔਰ ਮੈਨੂੰ ਇੱਕ ਫੋਬੀਆ ਸੀ ਕਿ ਨਹੀਂ, ਮੈਂ ਏਦਾਂ ਨਹੀਂ ਕਰਨਾ। ਤੇ ਮੈਨੂੰ ਇਹ ਹੁਣ ਪ੍ਰੋਬਲਮ ਹੋ ਗਈ ਕਿ 15 ਤੋਂ ਬਾਅਦ ਮੈਂ ਜਦੋਂ ਵੀ ਕੋਈ ਨਾਟਕ ਲਿਖਦਾ ਸੀ, ਮੈਨੂੰ ਆਪ ਨੂੰ ਡਰ ਲੱਗਣ ਲੱਗ ਪੈਂਦਾ ਸੀ ਕਿ ਨਹੀਂ, ਇਹ ਨਾਟਕ ਮੇਰਾ ਇਹ ਫਾਲ ਵਾਲਾ ਨਾਟਕ ਹੈ, ਇਹ ਉਹ ਨਾਟਕ ਨਹੀਂ ਹੈ ਜਿਹੜਾ ਮੈਨੂੰ ਲਿਖਣਾ ਚਾਹੀਦਾ। ਇਹਨੂੰ ਰਾਈਟਰਸ ਬਲੌਕ ਕਿਹਾ ਜਾਂਦਾ ਵੈਸਟ ਦੇ ਵਿੱਚ, ਤੇ ਮੈਂ ਉਸ ਬਲੌਕ ਦੇ ਵਿੱਚ ਫਸ ਗਿਆ। ਮੈਂ ਉਹਨੂੰ ਤੋੜਨ ਦੇ ਲਈ ਜਿੰਨੇ ਕੁ ਤਰੀਕੇ ਹੋ ਸਕਦੇ ਸੀ ਮੈਂ ਸਾਰੇ ਇਸਤੇਮਾਲ ਕੀਤੇ, ਲੇਕਿਨ ਕੋਈ ਸਫਲ ਨਹੀਂ ਹੋਇਆ। ਤੇ ਏਦਾਂ ਕਹੋ ਕਿ ਮੈਂ 5-6 ਸਾਲਾਂ ਵਿੱਚ ਅੱਕ ਗਿਆ। ਖੁਦ ਹੀ ਮੈਂ ਉਸ ਸਟੈਗਨੈਂਸੀ ਤੋਂ ਘਬਰਾਇਆ ਹੋਇਆ ਸੀ। ਮੈਂ ਉਸ ਨੂੰ ਤੋੜਨ ਦੇ ਲਈ ਫਿਰ ਮੈਨੂੰ ਕਿਸੇ ਇੱਕ ਵਿਦਵਾਨ ਨੇ ਸਲਾਹ ਦਿੱਤੀ ਕਿ ਮੈਂ ਜੌਨਰ ਚੇਂਜ ਕਰਕੇ ਦੇਖਾਂ ਜਾਂ ਮੈਂ ਵਿਧਾ ਹੀ ਚੇਂਜ ਕਰਕੇ ਦੇਖਾਂ। ਮੈਂ ਫਿਲਮਾਂ ਤਾਂ ਲਿਖ ਰਿਹਾ ਸੀ ਔਰ ਫਿਲਮਾਂ ਬਹੁਤ ਸਪੀਡੀਲੀ ਲਿਖ ਰਿਹਾ ਸੀ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਤਾਂ ਮੈਨੂੰ ਉਹਨਾਂ ਦੀ ਗੱਲ ਠੀਕ ਲੱਗੀ। ਇਹ ਮੇਰਾ ਜਿਹੜਾ ਇਹ ਮੈਂ ਨਾਵਲ ਲਿਖਿਆ, ਬੇਸਿਕਲੀ ਇਹ ਨਾਵਲ ਹੈ, ਇਹਦਾ ਆਈਡੀਆ ਤਾਂ ਬਿਲਕੁਲ ਛੋਟਾ ਜਿਹਾ ਖਿਆਲ ਦੇ ਰੂਪ ਦੇ ਵਿੱਚ ਆਇਆ। ਮੈਂ ਇੱਥੇ ਮੇਰੇ ਘਰ ਦੇ ਕੋਲੇ ਇੱਕ ਪਾਰਕ ਹੈ, ਔਰ ਪਾਰਕ ਦੇ ਵਿੱਚ ਮੈਂ ਰੋਜ਼ ਸੈਰ ਕਰਨ ਜਾਂਦਾ, ਤਾਂ ਉੱਥੇ ਇੱਕ ਮਤਲਬ ਕਿ ਇੱਦਾਂ ਕਹੋ ਕਿ ਸਟਰੇ ਬਿੱਚ, ਜਿਸ ਨੂੰ ਅਵਾਰਾ ਕੁੱਤੀ ਕਹਿ ਸਕਦੇ ਹਾਂ, ਬੜਾ ਘਟੀਆ ਲਫ਼ਜ਼ ਹੈ, ਤੇ ਉਹ ਮੈਂ ਦੇਖਿਆ ਕਿ ਉਹ ਰੋਜ਼ ਆ ਕੇ ਉਹ ਲੋਕਾਂ ਦੇ ਪੈਰਾਂ ਦੇ ਵਿੱਚ ਬੈਠ ਜਾਂਦੀ ਹੈ, ਔਰ ਬਹੁਤ ਸਲੀਕੇ ਵਾਲਾ ਮਤਲਬ ਕਿ ਉਹ ਜਾਨਵਰ ਹੈ। ਤੇ ਉਹ ਜਦੋਂ ਮੈਂ ਬੈਠਿਆ ਇੱਕ ਦੋ ਵਾਰੀ, ਤੇ ਉਹ ਬੜੇ ਸਲੀਕੇ ਨਾਲ ਤੁਹਾਡੇ ਕੋਲ ਆ ਕੇ ਬੈਠਦੀ ਉਹ, ਔਰ ਮਤਲਬ ਕਿ ਉਹਦੇ ਵਿੱਚ ਇੰਨਾ ਕਿ ਜ਼ਬਰਦਸਤ ਸਲੀਕਾ ਸੀ ਉਸਨੂੰ, ਮਤਲਬ ਕਿ ਉਹਦਾ ਤੁਰਨਾ, ਉਹਦਾ ਝਾਕਣਾ, ਉਹਦਾ ਤੁਹਾਡੇ ਕੋਲ ਆਉਣਾ, ਤੇ ਤੁਸੀਂ ਜੇ ਉਹਨੂੰ ਡਾਂਟ ਵੀ ਦੇਣਾ ਤੇ ਉਹਦਾ ਪਰੇ ਜਾਣਾ, ਉਹਦੀ ਲੁੱਕਸ, ਮਤਲਬ ਕਿ ਉਹ ਇੰਨਾ ਕੁ ਕਮਾਲ ਸੀ ਕਿ ਮੈਨੂੰ ਉਹ ਕਰੈਕਟਰ ਲੱਗੀ ਉਹ। ਤਾਂ ਉੱਥੇ ਹੀ ਮੈਨੂੰ ਦੂਜਾ ਕਰੈਕਟਰ ਮਿਲਿਆ। ਉੱਥੇ ਇੱਕ ਬਜ਼ੁਰਗ ਸੀ ਕੋਈ, ਤਾਂ ਉਹ ਬਜ਼ੁਰਗ ਜਿਹੜਾ ਸੀ ਉਹ ਇਕੱਲਾ ਬੈਠਾ ਬੋਲਦਾ ਰਹਿੰਦਾ ਸੀਗਾ, ਤੇ ਬਸ ਉਹ ਕੁੱਤੀ ਉਹਦੇ ਕੋਲ ਜਾ ਕੇ ਬੈਠ ਜਾਂਦੀ। ਉਹ ਜ਼ਰੂਰ ਉਹਦੇ ਲਈ ਕੁਝ ਖਾਣ ਨੂੰ ਲੈ ਕੇ ਆਇਆ ਹੁੰਦਾ ਸੀ, ਤੇ ਉਹ ਉਹਦੇ ਕੋਲੇ ਬੈਠ ਕੇ ਗੱਲਾਂ ਕਰਦਾ ਰਹਿੰਦਾ, ਤੇ ਉਹ ਉਹਦੇ ਨਾਲ ਗੱਲਾਂ ਸੁਣਦੀ ਰਹਿੰਦੀ ਹੈ, ਜਿਵੇਂ ਕਿ ਉਹਨੂੰ ਇਹ ਗੱਲਾਂ ਸਮਝ ਆ ਰਹੀ ਹੋਵੇ।
ਤੇ ਬਸ ਫਿਰ ਮੈਨੂੰ ਇੱਥੋਂ ਉਹ ਮਤਲਬ ਕਿ ਰੇਸ਼ਮਾ ਮਿਲੀ, ਔਰ ਰੇਸ਼ਮਾ ਦੇ ਨਾਲ ਉਹ ਬਜ਼ੁਰਗ ਮਿਲਿਆ ਜਿਹੜਾ ਰੇਸ਼ਮਾ ਨੂੰ ਬਚਪਨ ਤੋਂ ਸੰਭਾਲਦਾ। ਫਿਰ ਤਾਂ ਬਾਕੀ ਕਿੱਸਾ ਮੈਨੂੰ ਆਪ ਨੂੰ ਨਹੀਂ ਪਤਾ ਕਿ ਕਿਵੇਂ ਬਣ ਗਿਆ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਉਹ ਖਿਆਲ ਆਉਣ ਤੋਂ 3 ਮਹੀਨੇ ਦੇ ਵਿੱਚ ਸਾਰੀ ਕਿਤਾਬ ਇਹ ਲਿਖ ਕੇ ਪ੍ਰਿੰਟਿੰਗ ਲਈ ਜਾ ਚੁੱਕੀ ਸੀ, ਔਰ 428 ਪੇਜ ਦਾ ਇਹ ਹੈ। ਤੁਸੀਂ ਯਕੀਨ ਮੰਨੋ ਕਿ ਮੈਨੂੰ ਪ੍ਰਕਾਸ਼ਕ ਦੇ ਕਹਿਣ ਤੇ 20 ਪੇਜ ਕੱਟਣੇ ਜ਼ਰੂਰ ਪਏ, ਲੇਕਿਨ ਮੈਨੂੰ ਇਹ ਸਿਰਫ ਦੂਜਾ ਡਰਾਫਟ ਸੀ ਜਿਹੜਾ ਕਿ ਇਹ ਚਲਾ ਗਿਆ। ਇੰਨੀ ਤੇਜ਼ੀ ਨਾਲ ਇਹ ਕਿੱਸਾ ਆਪਣੇ ਆਪ 'ਚ ਮੁਕੰਮਲ ਹੋ ਗਿਆ। ਮੇਰਾ ਬਲੌਕ ਤਾਂ ਨਹੀਂ ਟੁੱਟਿਆ ਰਾਈਟਰ ਵਾਲਾ, ਜਿਹੜਾ ਕਿ ਨਾਟਕਕਾਰ ਦੇ ਤੌਰ ਤੇ ਮੈਂ ਉਦੋਂ ਬਾਅਦ ਫਿਰ ਜਾਮ ਨਾਟਕ ਸ਼ੁਰੂ ਕੀਤਾ ਵਾ। 7 ਸਾਲ ਤੋਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਹੋਇਆ। ਲੇਕਿਨ ਇਸ ਨਾਵਲ ਨੇ ਮੈਨੂੰ ਇੱਕ ਨਵੀਂ ਪਛਾਣ ਦਿੱਤੀ, ਔਰ ਮੈਨੂੰ ਬੜੀ ਸੈਟਿਸਫੈਕਸ਼ਨ ਦਿੱਤੀ ਕਿ ਠੀਕ ਹੈ, ਮੈਂ ਜ਼ਿੰਦਗੀ ਦੇ 5-7 ਸਾਲ ਵੇਸਟ ਨਹੀਂ ਕੀਤੇ, ਮੈਂ ਕੁਝ ਪ੍ਰੋਡਕਟਿਵ ਲਿਖਿਆ। ਬਲਕਿ ਇਹ ਕਿੱਸਾ ਨਾਮ ਹੈ ਇਹਦਾ, ਲੇਕਿਨ ਬੇਸਿਕਲੀ ਇਹ ਨਾਵਲ ਹੈ, ਔਰ ਇਹ 2000 ਦੇ ਕਰੀਬ ਛਪ ਕੇ ਵਿਕ ਚੁੱਕਿਆ। ਇਸ ਦੇ ਬਾਵਜੂਦ ਵੀ ਕਿ ਇਹ ਬਹੁਤ ਮਹਿੰਗਾ ਹੈ, ਔਰ ਆਏ ਦਿਨ ਲੋਕ ਇਸ ਨੂੰ ਪੜ੍ਹਦੇ ਨੇ, ਮੈਨੂੰ ਫੋਨ ਕਰਦੇ ਨੇ, ਔਰ ਇਹ ਮੈਨੂੰ ਲੱਗਦਾ ਕਿ ਮੇਰੇ ਲਈ ਇੱਕ ਸੰਤੁਸ਼ਟੀ ਵਾਲੀ ਗੱਲ ਬਣ ਗਈ। ਅੱਛਾ, ਜਦੋਂ ਇਸ ਕਿੱਸੇ ਨੂੰ ਮੈਂ ਪੜ੍ਹ ਰਹੀ ਸੀ, ਤੁਸੀਂ ਇਹੀ ਕਹਿ ਰਹੇ ਹੋ ਕਿ ਇਹ ਕਿੱਸਾ ਹੈ, ਨਾਵਲ ਹੈ। ਅਸਲ ਦੇ ਵਿੱਚ ਇਹਨੂੰ ਕਿੱਸਾ ਕਹਿਣ ਦੀ ਜ਼ਰੂਰਤ ਤੁਹਾਨੂੰ ਕਿਉਂ ਮਹਿਸੂਸ ਹੋਈ? ਕਿਉਂਕਿ ਇਹਦੇ ਵਿੱਚ ਜਿਹੜਾ ਕਿੱਸਾਕਾਰ ਦਾ ਪਾਤਰ ਮੈਂ ਕ੍ਰੀਏਟ ਕੀਤਾ, ਉਹ ਮੈਂ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਕੋਈ ਲੰਬੀ ਕਿਤਾਬ ਨੀਰਸ ਹੋ ਜਾਂਦੀ ਹੈ। ਆਮ ਤੌਰ ਤੇ ਜਿਹੜੇ ਵੱਡੇ ਨਾਵਲ ਨੇ ਉਹ ਬੋਰ ਕਰਦੇ ਨੇ, ਕਿਉਂਕਿ ਲੇਖਕ ਬਹੁਤ ਜ਼ਿਆਦਾ ਸ਼ਾਬਦਿਕ ਮੋਹ ਦੇ ਵਿੱਚ ਪੈ ਕੇ ਅਨਨੈਸੈਸਰੀ ਡਿਸਕ੍ਰਿਪਸ਼ਨ ਵਿੱਚ ਚਲਾ ਜਾਂਦਾ। ਤਾਂ ਮੈਂ ਇਹ ਚਾਹੁੰਦਾ ਸੀ ਕਿ ਇਹ ਨਾਵਲ ਬੋਰ ਨਾ ਕਰੇ। ਬੇਸਿਕਲੀ ਇਹਦੇ 28 ਪੇਜ ਨੇ, 428 ਪੇਜ ਨੇ, ਤਾਂ 20 ਪੇਜ ਹਜੇ ਕੱਟੇ ਨੇ। ਤਾਂ ਫਿਰ ਮੈਨੂੰ ਇੱਕ ਤਰੀਕਾ ਸੁਝਿਆ ਕਿ ਮੈਂ ਇਸ ਨੂੰ ਲਾਈਟ ਮੂਡ ਦੇ ਵਿੱਚ ਰੱਖਾਂ, ਪਰ ਕਿਉਂਕਿ ਇਹ ਵਿਸ਼ਾ ਬਹੁਤ ਨੀਰਸ ਸੀ, ਤਾਂ ਫਿਰ ਮੈਂ ਕਿੱਸਾਕਾਰ ਦਾ ਕਰੈਕਟਰ ਕ੍ਰੀਏਟ ਕੀਤਾ। ਪੁਰਾਣੇ ਵੇਲਿਆਂ ਵਿੱਚ ਨਾ ਕਿੱਸਾਕਾਰ ਏਦਾਂ ਕਿੱਸਾ ਸੁਣਾਇਆ ਕਰਦੇ ਸਨ, ਉਹ ਵਿੱਚ ਬਹੁਤ ਵੱਡੇ ਦਮਗਜੇ ਮਾਰਦੇ ਸਨ, ਆਪ ਹੀ ਵੱਡੀਆਂ ਗੱਲਾਂ ਕਰਦੇ ਸਨ ਕਿ ਮੇਰਾ ਕਿੱਸਾ ਬਹੁਤ ਮਹਾਨ ਹੈ। ਮੈਂ ਜਦੋਂ ਤੁਸੀਂ ਮੇਰਾ ਕਿੱਸਾ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਕਿ ਕਲਾ ਕੀ ਹੁੰਦੀ ਹੈ। ਤਾਂ ਉਹ ਇਹੋ ਜਿਹੀਆਂ ਗੱਲਾਂ ਆਪਣੇ ਕਿੱਸੇ ਬਾਰੇ ਆਪ ਹੀ ਕਰਦੇ ਸਨ। ਤਾਂ ਬਸ ਫਿਰ ਮੈਂ ਉਹ ਤਕਨੀਕ ਚੱਕ ਕੇ ਇੱਕ ਕਰੈਕਟਰ ਕ੍ਰੀਏਟ ਕੀਤਾ ਕਿੱਸਾਕਾਰ ਦਾ। ਤੁਸੀਂ ਦੇਖਿਆ ਹੋਣਾ, ਬੜਾ ਫੁਕਰਾ ਕਿਸਮ ਦਾ ਕਰੈਕਟਰ, ਆਪਣੇ ਕਿੱਸੇ ਬਾਰੇ ਆਪ ਹੀ ਬੜੀਆਂ ਵੱਡੀਆਂ ਸਟੇਟਮੈਂਟਾਂ ਦਿੰਦਾ, ਥਾਂ ਤੇ ਦੱਸਦਾ ਕਿ ਮੇਰੇ ਕਿੱਸੇ 'ਚ ਕੀ ਖਾਸੀਅਤ ਹੈ, ਔਰ ਵਿੱਚ ਉਹ ਸਾਹਿਤਕ ਲੋਕਾਂ ਤੇ ਟਿੱਪਣੀਆਂ ਵੀ ਕਰ ਜਾਂਦਾ, ਔਰ ਕਿਤੇ ਬਹੁਤ ਸੀਰੀਅਸ ਵਿਅੰਗ ਵੀ ਕਰ ਜਾਂਦਾ, ਤਾਂ ਕਿ ਉਹ ਬੋਰ ਨਾ ਕਰੇ। ਤਾਂ ਫਿਰ ਜਦੋਂ ਇਹ ਕਿੱਸਾ ਸਾਰਾ ਬਣ ਗਿਆ, ਤਾਂ ਫਿਰ ਮੈਂ ਇਹਦਾ ਨਾਮ ਹੀ ਕਿੱਸਾ ਰੌਕੀ ਰੇਸ਼ਮਾ ਰੱਖਤਾ। ਵੈਸੇ ਪਹਿਲਾਂ ਇਹਦਾ ਨਾਮ ਮੈਂ ਰੌਕੀ ਰੇਸ਼ਮਾ ਹੀ ਰੱਖਣਾ ਸੀ, ਫਿਰ ਮੈਨੂੰ ਲੱਗਿਆ ਕਿੱਸਾਕਾਰ ਦਾ ਕਰੈਕਟਰ ਇੰਨਾ ਮਹੱਤਵਪੂਰਨ ਹੈ, ਤੇ ਫਿਰ ਮੈਂ ਇਹਦਾ ਨਾਮ ਕਿੱਸਾ ਰੱਖਤਾ, ਕਿੱਸਾ ਰੌਕੀ ਰੇਸ਼ਮਾ। ਕਿੱਸਾ ਮਤਲਬ ਕਹਾਣੀ। ਤੇ ਨਾਲ ਫਿਰ ਮੈਂ ਉੱਤੇ ਜਿਹੜੀ ਉਹਦੀ ਲਾਈਨ ਹੈ ਕਿ ਜੇ ਤੁਸੀਂ ਇਹ ਕਿੱਸਾ ਨਹੀਂ ਪੜ੍ਹਿਆ ਤਾਂ ਕੁਝ ਵੀ ਨਹੀਂ ਪੜ੍ਹਿਆ, ਮੈਂ ਚੁੱਕ ਕੇ ਉਹ ਫਰੰਟ ਪੇਜ ਤੇ ਲਾਤੀ। ਉਹ ਬਹੁਤ ਇੰਟਰਸਟਿੰਗ ਗੱਲ ਜੀ ਹੋ ਗਈ ਉਹ। ਤਾਂ ਉਹ ਕਿੱਸਾਕਾਰ ਦੇ ਕਰੈਕਟਰ ਕਰਕੇ ਮੈਂ ਇਸ ਨੂੰ ਕਿੱਸਾ ਕਿਹਾ। ਬੇਸਿਕਲੀ ਸਾਰਾ ਇਹ ਨਾਵਲ ਦੀ ਟੈਕਨੀਕ ਤੇ ਆ, ਉਹ ਬਕਾਇਦਾ ਇੱਕ ਟੈਕਨੀਕ ਇਸਤੇਮਾਲ ਕੀਤੀ ਹੈ। ਮੈਂ ਯੂਰਪੀਅਨ ਅਮਰੀਕਨ ਬੀਟ ਸ਼ੀਟ ਇਸਤੇਮਾਲ ਕੀਤੀ ਹੈ, ਮਤਲਬ ਕਿ ਮੈਂ ਵੀ ਇਹਦੇ ਵਿੱਚ ਕੋਈ ਝਾਕ ਨਹੀਂ ਮਾਰੀ, ਸੱਚੀ ਮੁੱਚੀ ਮੈਂ ਤਕਨੀਕ ਦੇ ਬੇਸ ਦੇ ਉੱਪਰ ਨਾਵਲ ਲਿਖਿਆ। ਅੱਛਾ, ਇਹ ਜਿਹੜੀ ਕਿਤਾਬ ਹੈ ਇਸ ਵੇਲੇ ਵੀ ਮੇਰੇ ਹੱਥਾਂ ਵਿੱਚ ਹੈ। ਮੈਂ ਜਦੋਂ ਇਸ ਕਿਤਾਬ ਨੂੰ ਪੜ੍ਹਿਆ, ਇਹਦੇ 'ਤੇ ਮੈਂ ਬਹੁਤ ਸਾਰੀਆਂ ਹਾਈਲਾਈਟਸ ਕੀਤੀਆਂ। ਹੁਣ ਅਸਲ ਦੇ ਵਿੱਚ ਜਦੋਂ ਕੁਝ ਲੋਕ ਮੇਰੇ ਕੋਲੋਂ ਇਹ ਕਿਤਾਬ ਪੜ੍ਹਨ ਲਈ ਮੰਗ ਰਹੇ ਆ, ਮੈਨੂੰ ਥੋੜ੍ਹੀ ਜਿਹੀ ਹਿਚਕਚਾਹਟ ਵੀ ਹੋ ਰਹੀ ਆ ਕਿ ਇਹ ਕਿਤਾਬ ਮੈਨੂੰ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ। ਪਰ ਇਹ ਗੱਲ ਸੱਚੀ ਮੁੱਚੀ ਤੁਹਾਡੀ ਸਹੀ ਹੈ ਕਿ ਜਦੋਂ ਇਸ ਕਿੱਸੇ ਨੂੰ ਤੁਸੀਂ ਪੜ੍ਹ ਰਹੇ ਹੋ, ਬੇਸ਼ੱਕ ਕਿੱਸਾਕਾਰ ਜਿਹੜਾ ਕਿਤੇ ਉਹ ਆਪਣਾ ਫੁਕਰਾਪਣ ਦਿਖਾ ਰਿਹਾ ਹੈ, ਪਰ ਯਕੀਨਨ ਤੌਰ 'ਤੇ ਸ਼ਾਇਦ ਉਹ ਅਸਲ ਦੇ ਵਿੱਚ ਉਹ ਪਾਲੀ ਭੁਪਿੰਦਰ ਇੱਕ ਲੇਖਕ ਦੇ ਤੌਰ 'ਤੇ ਨਹੀਂ ਹੈ। ਤੁਸੀਂ ਉਹ ਵੀ ਇੱਕ ਕੈਰੈਕਟਰ ਹੀ ਸਿਰਜਿਆ ਜਿਹੜਾ ਕਿੱਸਾਕਾਰ ਹੈਗਾ। ਵੈਸੇ ਲੇਖਕ ਤਾਂ ਕਹਿੰਦੇ ਕਿ ਪੇਸ਼ਾ ਅਜੀਬ ਹੁੰਦਾ, ਉਹਨੂੰ ਆਪਣੀ ਕਈ ਵਾਰ ਯੋਗਤਾ ਬਾਰ-ਬਾਰ ਉਹਨਾਂ ਲੋਕਾਂ ਦੇ ਮੂਹਰੇ ਪੇਸ਼ ਕਰਨੀ ਪੈਂਦੀ ਹੈ ਜਿਹੜੇ ਆਪ ਯੋਗਤਾ ਵਿਹੂਣੇ ਹੁੰਦੇ ਆ। ਕਈ ਥਾਈਂ ਤੁਸੀਂ ਆਲੋਚਕਾਂ ਦਾ ਜ਼ਿਕਰ ਕੀਤਾ, ਬਾਰ-ਬਾਰ ਆਲੋਚਕਾਂ ਦਾ ਜ਼ਿਕਰ ਕੀਤਾ, ਕਿਸੇ ਸਧਾਰਨ ਪਾਠਕ ਦੀ ਤੁਸੀਂ ਗੱਲ ਨਹੀਂ ਕੀਤੀ, ਤੁਸੀਂ ਉਹਨਾਂ ਨੂੰ ਟੀਜ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਇਹ ਇਸ ਕਿੱਸੇ ਦੀ ਜ਼ਰੂਰਤ ਸੀ ਜਾਂ ਤੁਸੀਂ ਕੁਝ ਹੋਰ ਕਹਿਣਾ ਚਾਹ ਰਹੇ ਸੀ? ਨਹੀਂ, ਜਦੋਂ ਉਹ ਕਿੱਸਾਕਾਰ, ਬੇਸਿਕਲੀ ਕਿੱਸਾਕਾਰ ਕੌਣ ਹੈ? ਮੈਂ ਹੀ ਹਾਂ। ਤੁਸੀਂ ਸਮਝ ਸਕਦੇ ਹੋ ਮੇਰਾ ਹੀ ਕਰੈਕਟਰ ਹੈ, ਠੀਕ ਹੈ। ਇਸ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ ਕਿ ਉਹ ਕਿੱਸਾਕਾਰ ਮੈਂ ਹੀ ਹਾਂ। ਔਰ ਆਮ ਜ਼ਿੰਦਗੀ ਦੇ ਵਿੱਚ ਮੈਂ ਇਦਾਂ ਹੀ ਸੀਰੀਅਸਲੀ ਨॉन ਸੀਰੀਅਸ ਹਾਂ। ਜੇ ਤੁਸੀਂ ਮੇਰੀ ਫੇਸਬੁੱਕ ਦੇ ਉੱਪਰ ਆਉਂਦੇ ਹੋ ਤਾਂ ਉੱਤੇ ਮੇਰਾ ਸਲੋਗਨ ਹੀ ਇਹ ਹੈ, ਸੀਰੀਅਸਲੀ ਨॉन ਸੀਰੀਅਸ। ਮੇਰੇ ਬਲੌਗ ਦਾ ਨਾਮ ਵੀ ਇਹ ਹੈ। ਤਾਂ ਮੈਂ ਹਮੇਸ਼ਾ, ਮੇਰੇ ਨਾਟਕ ਵੀ ਇਦਾਂ ਦੇ ਹੀ ਹੁੰਦੇ ਨੇ ਕਿ ਮੈਂ ਉਹਦੇ ਵਿੱਚ ਵਿਅੰਗ ਨੂੰ ਕਦੇ ਵੀ ਨਹੀਂ ਛੱਡਦਾ। ਮੇਰਾ ਬੋਰ ਕਰਨ ਦੇ ਉੱਪਰ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਮੈਂ ਦਰਸ਼ਕ ਨੂੰ ਬੋਰ ਕਰਾਂ, ਪਾਠਕ ਨੂੰ ਬੋਰ ਕਰਾਂ। ਨਹੀਂ, ਮੇਰੀ ਇਹ ਆਈਡੀਓਲੋਜੀ ਨਹੀਂ। ਮੈਂ ਕਲਾਸਾਂ ਵਿੱਚ ਐਜ਼ ਟੀਚਰ ਵੀ ਪੜ੍ਹਾਉਣਾ, ਤਾਂ ਮੇਰੇ ਬੱਚੇ ਬਹੁਤ
ਉਹਨਾਂ ਨੂੰ ਲੱਗਦਾ ਕਿ ਮੇਰਾ ਲੈਕਚਰ ਬਹੁਤ ਇੰਟਰਸਟਿੰਗ ਹੁੰਦਾ। ਮੈਨੂੰ ਲੱਗਦਾ ਕਿ ਇੱਕ ਸਟੇਜ ਤੇ ਖੜਾ ਬੰਦਾ, ਇੱਕ ਲਿਖਦਾ ਬੰਦਾ ਜੇ ਦਰਸ਼ਕ ਨੂੰ ਬੋਰ ਕਰਦਾ, ਸੋ ਇਹ ਸਵਾਲ ਪਹਿਲੀ ਗੱਲ ਹੈ ਮਨੋਰੰਜਕ ਹੋਣਾ ਚਾਹੀਦਾ। ਤੁਸੀਂ ਜਿੱਡੀ ਮਰਜ਼ੀ ਵੱਡੀ ਗੱਲ ਕਰੋ ਲੇਕਿਨ ਮਨੋਰੰਜਕ ਹੋਣੀ ਚਾਹੀਦੀ ਹੈ, ਮੇਰਾ ਇਹ ਮੰਨਣਾ। ਤਾਂ ਉਹ ਕਰੈਕਟਰ ਬੇਸਿਕਲੀ ਕਿੱਸਾਕਾਰ ਦਾ ਮੇਰਾ ਹੀ ਕਰੈਕਟਰ ਹੈ। ਔਰ ਮੈਂ ਜੋ ਕੁਛ ਸਾਡੇ ਪੰਜਾਬ ਤੇ ਭਾਰਤ ਦੇ ਸਮਾਜ ਦੇ ਵਿੱਚ ਦੇਖਿਆ ਉਹਦੇ ਉੱਪਰ ਟਿੱਪਣੀਆਂ ਕੀਤੀਆਂ ਉਹ ਕਿੱਸਾਕਾਰ ਦੇ ਸਟਾਈਲ 'ਚ ਨਹੀਂ, ਹਲਕੀਆਂ ਫੁਲਕੀਆਂ ਔਰ ਮਜ਼ਾਹੀਆ ਤਰੀਕੇ ਦੇ ਨਾਲ। ਤਾਂ ਸਾਡੇ ਆਲੋਚਕ ਵੀ ਉਹਦੇ ਵਿੱਚ ਹੀ ਆ ਜਾਂਦੇ ਨੇ। ਠੀਕ ਹੈ, ਆਲੋਚਕਾਂ ਵੱਲ ਆਮ ਲੋਕਾਂ ਨੂੰ ਆਲੋਚਕਾਂ ਦਾ ਪਤਾ ਨਹੀਂ ਹੁੰਦਾ ਕਿ ਉਹ ਕਿਵੇਂ ਕੰਮ ਕਰਦੇ ਨੇ। ਤਾਂ ਫਿਰ ਮੈਨੂੰ ਪਤਾ ਸੀ, ਮੈਂ ਉਹਨਾਂ ਨੂੰ ਵੀ ਨਹੀਂ ਛੱਡਿਆ, ਮੈਂ ਉਹਨਾਂ ਉੱਪਰ ਵੀ ਟਿੱਪਣੀਆਂ ਕੀਤੀਆਂ। ਮੈਨੂੰ ਪਤਾ ਹੈ ਬਹੁਤ ਲੋਕ ਨਾਰਾਜ਼ ਵੀ ਹੋਏ, ਉਹ ਕਈਆਂ ਨੇ ਤਾਂ ਡਿਕਲੇਅਰ ਹੀ ਕਰਤਾ ਕਿ ਇਹ ਬਕਵਾਸ ਰਚਨਾ ਹੈ। ਮੈਨੂੰ ਪਤਾ ਉਹ ਖੁੰਦਕ ਦੇ ਵਿੱਚ ਨੇ, ਪਰ ਜਦੋਂ ਤੁਸੀਂ ਸਮਾਜ ਦੇ ਉੱਪਰ ਕਟਾਕਸ਼ ਕਰਦੇ ਹੋ ਆਪਣੇ ਆਪ ਨੂੰ ਵੀ ਨਹੀਂ ਬਖਸ਼ਦੇ। ਮੈਂ ਤਾਂ ਆਪਣੇ ਆਪ ਨੂੰ ਵੀ ਨਹੀਂ ਇਹਦੇ ਵਿੱਚ ਬਖਸ਼ਦਾ। ਮੇਰੀ ਤਾਂ ਜ਼ਿੰਦਗੀ ਦਾ ਅਸੂਲ ਹੈ, ਮੈਂ ਵੀ ਵਰਤਾਰੇ ਦਾ ਹਿੱਸਾ। ਜਦੋਂ ਗਲਤ ਬਾਕੀ ਕਰਦੇ ਨੇ ਮੈਂ ਵੀ ਗਲਤ ਕਰਦਾ, ਔਰ ਮੇਰੇ ਵਿੱਚ ਵੀ ਗਲਤੀਆਂ ਨੇ। ਮੈਂ ਉਹਨਾਂ ਤੇ ਵੀ ਕਟਾਕਸ਼ ਕਰਨ ਤੋਂ ਨਹੀਂ ਕਦੇ ਡਰਿਆ ਜ਼ਿੰਦਗੀ 'ਚ। ਤੇ ਇਸੇ ਕਰਕੇ ਉਹ ਕਿੱਸਾਕਾਰ ਦਾ ਕਰੈਕਟਰ ਬੜਾ ਜੈਨੂਇਨ ਲੱਗਦਾ। ਉਹ ਹਰ ਇੱਕ ਵਿਸ਼ੇ ਦੇ ਉੱਪਰ ਬੇਬਾਕ ਟਿੱਪਣੀ ਕਰਦਾ ਔਰ ਉਹ ਇੰਟਰਸਟਿੰਗ ਟਿੱਪਣੀ ਕਰਦਾ, ਕਿਤੇ ਕਿਤੇ ਜਾਣ ਕੇ ਬਚਕਾਣੀਆਂ ਗੱਲਾਂ ਕਰਦਾ ਤਾਂ ਕਿ ਉਹ ਪਾਠਕ ਨੂੰ ਏਦਾਂ ਲੱਗੇ ਕਿ ਉਹ ਇੱਕ ਫੁਕਰੇ ਜਿਹੇ ਕਿੱਸਾਕਾਰ ਦੇ ਰੂਬਰੂ ਨੇ, ਤਾਂ ਕਿ ਬਹੁਤ ਸੀਰੀਅਸ ਗੱਲਾਂ ਵੀ ਜਿਹੜੀਆਂ ਨੇ ਉਹ ਜਦੋਂ ਲੱਗੇ ਕਿ ਕੋਈ ਅਫੈਂਡਡ ਮਹਿਸੂਸ ਕਰੇ ਤੇ ਉਹ ਬਚ ਕੇ ਨਿਕਲਿਆ ਜਾ ਸਕੇ। ਪਰ ਮੈਨੂੰ ਲੱਗਦਾ ਕਿ ਉਹਨਾਂ ਕਿੱਸਾਕਾਰ ਚੋਂ ਮੈਂ ਹੀ ਬੋਲ ਰਿਹਾ। ਜਦੋਂ ਕਿਤੇ ਅੱਧਾ ਕੁ ਨਾਵਲ ਇਹ ਟੱਪ ਜਾਂਦਾ ਨਾ, ਮੈਂ ਖੁਦ ਆਪਣਾ ਜਿਹੜਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ, ਅੱਧਾ ਕੁ ਨਾਵਲ ਪੜ੍ਹਨ ਤੋਂ ਬਾਅਦ ਉਹ ਜਿਹੜੀਆਂ ਕਿੱਸਾਕਾਰ ਦੀਆਂ ਉਹ ਫੁਕਰਾਪੰਥੀ ਵਾਲੀਆਂ ਗੱਲਾਂ ਆ, ਜਾਂ ਬਾਰ-ਬਾਰ ਉਹ ਇਸ ਤਰ੍ਹਾਂ ਲੱਗਦਾ ਕਿ ਟੀਜ਼ ਕਰਨ ਵਾਲੀਆਂ ਗੱਲਾਂ ਆ। ਬਹੁਤ ਵਾਰੀ ਮੈਂ ਦੇਖਿਆ ਕਿ ਉਸ ਵੇਲੇ ਮਨ ਦੇ ਵਿੱਚ ਇਹ ਚੀਜ਼ ਆਈ ਆ ਕਿ ਇਹਨੂੰ ਇਗਨੋਰ ਕਰੋ, ਇਹਨੂੰ ਅੱਖੋਂ ਓਹਲੇ ਕਰੋ, ਅੱਗੇ ਚੱਲੋ, ਕੀ ਹੋ ਰਿਹਾ। ਤੇ ਇਹ ਆਪਣੀਆਂ ਗੱਲਾਂ ਕਰਦੇ ਹੀ ਰਹਿਣਾ, ਪਰ ਅਸਲ ਦੇ ਵਿੱਚ ਕਹਾਣੀ ਦਿਲਚਸਪ ਹੁੰਦੀ ਜਾ ਰਹੀ ਹੈ, ਉਹਨੂੰ ਪੜ੍ਹਦੇ ਜਾਂਦੇ ਹਾਂ। ਤੁਹਾਡੀ ਉਹ ਜਿਹੜੀ ਤਕਨੀਕ ਹੈ ਕੁਝ ਇਸ ਤਰੀਕੇ ਦੇ ਨਾਲ ਉਹ ਕਾਰਗਰ ਸਾਬਤ ਹੋਈ ਹੈ ਅਸਲ ਦੇ ਵਿੱਚ ਪਾਠਕ ਨੂੰ ਨਾਲ ਜੋੜੀ ਰੱਖਣ ਦੇ ਲਈ। ਇੱਕ ਹੋਰ ਚੀਜ਼ ਮੈਂ ਗੱਲ ਕਰਨਾ ਤੁਹਾਡੇ ਨਾਲ ਚਾਹੁੰਦੀ ਹਾਂ ਕਿ ਤੁਹਾਡੀਆਂ ਕੁਝ ਮੈਂ YouTube ਵੀਡੀਓਜ਼ ਵੀ ਦੇਖੀਆਂ ਜਿਹਦੇ ਵਿੱਚ ਤੁਸੀਂ ਕੁਝ ਰਾਈਟਰਸ ਦੇ ਲਈ, ਖਾਸ ਕਰਕੇ ਨਵੇਂ ਲੇਖਕਾਂ ਦੇ ਲਈ ਟਿਪਸ ਦਿੰਦੇ ਹੋ ਕਿ ਹਰ ਕਿਸੇ ਨੂੰ ਇਹ ਲੱਗਦਾ ਹੁੰਦਾ ਕਿ ਉਹਦੇ ਅੰਦਰ ਕੋਈ ਨਾ ਕੋਈ ਕਹਾਣੀ ਆ, ਪਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਉਹ ਕਹਾਣੀ ਕਹਿਣੀ ਕਿਵੇਂ ਆ। ਉਹਦੇ ਵਿੱਚ ਇੱਕ ਥਾਂ 'ਤੇ ਤੁਸੀਂ ਜ਼ਿਕਰ ਕੀਤਾ ਸੀ, ਉਹ ਮੈਨੂੰ ਬਹੁਤ ਚੰਗੀ ਗੱਲ ਲੱਗੀ ਕਿ ਚਾਹੇ ਤੁਸੀਂ ਕੋਈ ਫਿਲਮ ਲਿਖ ਰਹੇ ਹੋ, ਤੁਸੀਂ ਨਾਟਕ ਲਿਖ ਰਹੇ ਹੋ, ਕਹਾਣੀ ਲਿਖ ਰਹੇ ਹੋ, ਉਹ ਟੈਕਨੀਕ ਹੈ ਕਿ ਤੁਸੀਂ ਆਪਣੇ ਲਈ ਵਨ ਲਾਈਨਰ ਲਿਖ ਲੈਂਦੇ ਹੋ ਜਾਂ ਜਿਹੜਾ ਸੈਂਟਰਲ ਆਈਡੀਆ ਲਿਖ ਲੈਂਦੇ ਹੋ। ਇਸ ਕਿੱਸੇ ਦੇ ਲਈ ਉਹ ਸੈਂਟਰਲ ਲਾਈਨ ਕੀ ਸੀ, ਜੇ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰ ਸਕੋ? ਇਹ ਬਿਲਕੁਲ ਸਹੀ ਗੱਲ ਹੈ ਕਿ ਮੈਂ ਬਿਨਾਂ ਟੈਕਨੀਕ ਤੋਂ ਕਦੇ ਵੀ ਨਹੀਂ ਲਿਖੇ। ਮੈਂ ਸ਼ੁਰੂਆਤੀ ਨਾਟਕ ਵੀ ਬਿਨਾਂ ਤਕਨੀਕ ਤੋਂ ਕਦੇ ਨਹੀਂ ਲਿਖੇ, ਔਰ ਮੈਂ ਲਗਾਤਾਰ ਆਪਣੇ ਆਪ ਨੂੰ ਨਵਜੋਤ ਇੰਪਰੂਵ ਕਰਦਾ ਰਹਿਣਾ। ਜਦੋਂ ਮੈਂ ਫਿਲਮ ਇੰਡਸਟਰੀ ਦੇ ਵਿੱਚ ਵੀ ਆਇਆ, ਪਹਿਲੀ ਫਿਲਮ ਵੀ ਮੈਂ ਲਿਖ ਲਈ। ਉਸ ਤੋਂ ਬਾਅਦ ਮੈਨੂੰ ਆਪ ਨੂੰ ਲੱਗਿਆ ਕਿ ਮੇਰੇ ਸਕਰੀਨ ਪਲੇ 'ਚ ਕੁਝ ਕਮੀਆਂ ਸੀ, ਤੇ ਉਸ ਤੋਂ ਬਾਅਦ ਫਿਰ ਮੈਂ ਬਹੁਤ ਸਾਰੇ ਲੋਕਾਂ ਦੇ ਸਕਰੀਨ ਪਲੇ ਪੜ੍ਹੇ। ਫਿਰ ਮੈਂ YouTube ਤੇ ਜਾ ਕੇ ਇਹਦੇ ਬਾਰੇ ਚਰਚਾ ਜਿੰਨੀ ਹੁੰਦੀ ਹੈ, ਔਰ ਫਿਰ ਮੈਨੂੰ ਅਗਾਂਹ ਜਿਵੇਂ ਜਿਵੇਂ ਮੈਂ ਡਿਗ ਕਰਦਾ ਗਿਆ, ਮੈਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ। ਔਰ ਬਿਨਾਂ ਟੈਕਨੀਕ ਤੇ ਸੱਚੀ ਮੁੱਚੀ ਮੈਂ ਕਦੇ ਨਹੀਂ ਲਿਖਦਾ। ਹੁਣ ਵੀ ਮੈਂ ਜਦੋਂ ਲਿਖਦਾ ਤਾਂ ਮੈਂ ਬਹੁਤ ਕੀਮਤੀ ਸੌਫਟਵੇਅਰ ਖਰੀਦੇ ਹੋਏ ਨੇ ਜਿਹੜੇ ਲਿਖਣ ਦੇ ਵਿੱਚ ਤੁਹਾਡੇ ਮਦਦਗਾਰ ਹੁੰਦੇ ਨੇ, ਔਰ ਮੈਂ ਉਹਨਾਂ ਦੇ ਓਰੀਜਨਲ ਵਰਸ਼ਨ ਕਾਫੀ ਮਹਿੰਗੇ ਖਰੀਦ ਕੇ ਰੱਖੇ ਹੋਏ ਨੇ। ਉਹ ਮੈਨੂੰ ਫਾਇਦਾ ਕਰਦੇ ਨੇ, ਔਰ ਉਹਨਾਂ ਤੋਂ ਹੀ ਮੈਂ ਇਹ ਟੈਕਨੀਕ ਸਿੱਖੀ। ਫੋਕਸ, ਜਿਸ ਨੂੰ ਕਿਹਾ ਜਾਂਦਾ ਕਿ ਇੱਕ ਲੇਖਕ ਜਦੋਂ ਖਰਾਬ ਰਚਨਾ ਉਦੋਂ ਲਿਖਦਾ ਜਦੋਂ ਉਹ ਵਿਸ਼ੇ ਤੋਂ ਭਟਕ ਜਾਂਦਾ, ਡੀਫੋਕਸਡ ਹੋ ਜਾਂਦਾ। ਤਾਂ ਫਿਰ ਉਹ ਟੈਕਨੀਕ ਮੈਂ ਸਿੱਖ ਕੇ ਹੁਣ ਮੈਂ ਕਿਉਂਕਿ ਮੈਂ ਫਿਲਮਾਂ ਲਿਖਦਾ, ਵੱਡੇ ਸੀਰੀਜ਼, ਵੈਬ ਸੀਰੀਜ਼ ਲਿਖਣੇ ਪੈਂਦੇ ਨੇ ਮੈਨੂੰ, ਤੇ ਮੈਂ ਕਿਵੇਂ ਵਿਸ਼ੇ ਤੇ ਫੋਕਸਡ ਰਵਾਂ, ਕਿਵੇਂ ਆਪਣੀ ਮੂਲ ਕਹਾਣੀ ਤੇ ਫੋਕਸਡ ਰਵਾਂ, ਤਾਂ ਮੈਂ ਉਹਦੇ ਲਈ ਟੈਕਨੀਕ ਕ੍ਰੀਏਟ ਕੀਤੀ ਹੋਈ ਹੈ। ਪਹਿਲਾਂ ਤਾਂ ਮੈਂ 1-2 ਲਾਈਨਾਂ ਦੇ ਵਿੱਚ ਉਸ ਗੱਲ ਨੂੰ ਲਿਖ ਕੇ ਰੱਖ ਲੈਣਾ, ਫਿਰ ਮੈਂ ਇੱਕ ਪੈਰੇ ਵਿੱਚ ਲਿਖਦਾ, ਔਰ ਫਿਰ ਮੈਂ ਉਸ ਨੂੰ ਬਕਾਇਦਾ ਇੱਕ ਲੇਖ ਵਾਂਗੂ 5-6 ਸਫ਼ਿਆਂ ਦੇ ਉੱਪਰ ਲਿਖਦਾ। ਤਾਂ ਉਹ ਚੀਜ਼ ਮੈਨੂੰ ਪਤਾ ਲੱਗਦਾ ਰਹਿੰਦਾ ਕਿ ਮੈਂ ਕਿਸੇ ਵਿਸ਼ੇ ਤੋਂ ਭਟਕ ਤਾਂ ਨਹੀਂ ਰਿਹਾ, ਕਿਤੇ ਮੇਰਾ ਮੋਟਿਵ ਤਾਂ ਨਹੀਂ ਖਰਾਬ ਹੋ ਰਿਹਾ। ਤਾਂ ਮੇਰੀ ਇੱਕ ਲਾਈਨ ਜਿਹੜੀ ਕ੍ਰੀਏਟ ਕਰਨੀ ਸੀਗੀ ਉਹ ਇਹ ਸੀ, ਮੈਨ ਵਰਸਸ ਐਨੀਮਲਸ। ਜਿਹੜਾ ਇੱਕ ਵਿਚਕਾਰ ਇੱਕ ਸਟਾਇਰ ਹੁੰਦਾ ਨਾ ਕਿ ਕਾਰਲ ਮਾਰਕਸ ਕਹਿੰਦਾ ਕਿ ਦੁਨੀਆ ਹੈਵਸ ਤੇ ਹੈਵਸ ਨਾਟ ਦੇ ਵਿੱਚ ਵੰਡੀ ਹੋਈ ਹੈ, ਤੇ ਅਫਲਾਤੂਨ ਕਹਿੰਦਾ ਨਹੀਂ, ਇਹ ਦੁਨੀਆ ਜਿਹੜੀ ਹੈ ਉਹ ਹਿਊਮਨ ਐਂਡ ਹਿਊਮਨਸ ਨਾਟ ਦੇ ਵਿਚਕਾਰ ਵੰਡੀ ਹੋਈ ਹੈ, ਹਿਊਮਨ ਨਾਟ ਦੇ ਵਿਚਕਾਰ ਵੰਡੀ ਹੋਈ ਹੈ। ਤਾਂ ਬੇਸਿਕਲੀ ਮੈਂ ਰੇਸ਼ਮਾ ਰੌਕੀ ਦੇ ਕਿੱਸੇ ਦੇ ਰਾਹੀਂ ਮਤਲਬ ਕਿ ਇਹ ਸਵਾਲ ਕ੍ਰੀਏਟ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਹਿਊਮਨਸ ਨੇ ਜਾਨਵਰਾਂ ਨਾਲ ਕੀਤਾ ਕੀ। ਠੀਕ ਹੈ, ਤਾਂ ਉਹ ਮੈਂ ਰੇਸ਼ਮਾ ਨੂੰ, ਕਿਉਂਕਿ ਮੈਂ ਜਦੋਂ ਰੇਸ਼ਮਾ ਆ ਕੇ ਮੈਂ ਪਾਰਕ 'ਚ ਉਹਦਾ ਜ਼ਬਰਦਸਤੀ ਨਾਮ ਰੇਸ਼ਮਾ ਰੱਖ ਲਿਆ, ਉਹਦਾ ਨਾਮ ਤਾਂ ਸ਼ਾਇਦ ਹੀ ਨਹੀਂ ਹੋਊਗਾ। ਉਹ ਪਾਰਕ ਦੇ ਵਿੱਚ ਆ ਕੇ ਮੇਰੇ ਕੋਲੇ ਬੈਠ ਜਾਂਦੀ ਸੀ। ਉਹਦਾ ਜਿੰਨਾ ਕਿ ਜ਼ਬਰਦਸਤ ਸਲੀਕਾ ਸੀ ਨਵਜੋਤ, ਮੈਨੂੰ ਉਹ ਜਾਨਵਰ ਕਦੇ ਨਹੀਂ ਭੁੱਲਦਾ। ਮੈਂ ਹੁਣ ਜਾਨਵਰ ਹੀ ਕਹਿ ਸਕਦਾ, ਲਫ਼ਜ਼ ਬਹੁਤ ਮਾੜਾ, ਤਾਂ ਮੈਂ ਕਹਿ ਸਕਦਾ ਕਿ ਉਹ ਮੈਨੂੰ ਕਦੇ ਨਹੀਂ ਭੁੱਲਦੀ ਰੇਸ਼ਮਾ। ਉਹਦਾ ਜਿੰਨਾ ਕਿ ਸਲੀਕਾ ਸੀ, ਔਰ ਅਸੀਂ ਡਰਦੇ ਹਾਂ ਉਸ ਤੋਂ, ਅਸੀਂ ਅਵਾਰਾ ਕੁੱਤਿਆਂ ਤੋਂ ਡਰਦੇ ਹਾਂ।
ਠੀਕ ਹੈ। ਪਰ ਮੈਂ ਉਸ ਦਿਨ ਅਚਾਨਕ ਇਦਾਂ ਮਹਿਸੂਸ ਕਰਨ ਲੱਗ ਪਿਆ ਕਿ ਸਾਡੀ ਕੁੱਤਿਆਂ ਪ੍ਰਤੀ ਕਿਹੋ ਜਿਹੀ ਨੈਗੇਟਿਵ ਸੋਚ ਹੈ। ਤਾਂ ਮੈਂ ਪਹਿਲੇ ਦਿਨ ਤੋਂ ਇਹ ਧਾਰ ਲਿਆ ਸੀ ਕਿ ਜਿਹੜਾ ਮੇਰਾ ਇਹ ਕਿੱਸਾ ਹੋਊਗਾ ਇਹ ਇੱਕ ਹਿਊਮਨ ਤਰੀਕੇ ਦੀ ਲਵ ਸਟੋਰੀ ਹੋਊਗਾ, ਜਿਵੇਂ ਅਸੀਂ ਮਨੁੱਖਾਂ ਦੇ ਵਿੱਚ ਵਾਪਰਦੀ ਹੈ, ਲੇਕਿਨ ਇਹਦੇ ਵਿੱਚ ਮੈਂ ਜਿਹੜਾ ਮਨੁੱਖਾਂ ਦੇ ਨਾਲ ਕਨਫਲਿਕਟ ਹੈ ਜਾਨਵਰਾਂ ਦਾ ਉਹ ਪੇਸ਼ ਕਰੂੰਗਾ। ਇਹ ਮੇਰੀ ਵਨ ਲਾਈਨ ਸੀ ਔਰ ਮੈਂ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਕਿ ਮੈਂ ਸਾਰੇ ਕਿੱਸੇ ਦੇ ਵਿੱਚ ਕਿਤੇ ਭਟਕਿਆ ਨਹੀਂ ਇਸ ਚੀਜ਼ ਦੇ ਉੱਪਰ। ਸੋ ਮੈਂ ਇਹੀ ਮਹਿਸੂਸ ਕਰਦੀ ਹਾਂ ਕਿ ਮਨੁੱਖਾਂ ਵਰਗੇ ਕੁੱਤੇ ਤੇ ਕੁੱਤਿਆਂ ਵਰਗੇ ਮਨੁੱਖਾਂ ਦੀ ਤੁਸੀਂ ਇਹ ਕਹਾਣੀ ਜਿਹੜੀ ਬਿਆਨ ਕੀਤੀ ਆ, ਜਿਹਦੇ ਵਿੱਚ ਮੈਂ ਕਨਫਲਿਕਟ ਹੀ ਬੇਸਿਕਲੀ ਸਰ ਉਹ ਬਹੁਤ ਸਾਰੀਆਂ ਚੀਜ਼ਾਂ ਆ ਜਿਹੜਾ ਤੁਸੀਂ ਆਪ ਵੀ ਦਾਅਵਾ ਕੀਤਾ ਇਹਦੇ ਵਿੱਚ ਬਤੌਰ ਕਿੱਸਾਕਾਰ ਕਿ ਇਹਦੇ ਵਿੱਚ ਬਹੁਤ ਸਾਰੀਆਂ ਕੰਟਰਡਿਕਸ਼ਨਸ ਨੇ। ਬਾਕੀ ਜਿਹੜੇ ਸਾਡੇ ਅੰਦਰ ਟਕਰਾਅ ਚੱਲਦੇ ਆ, ਵਖਰੇਵੇਂ ਚੱਲਦੇ ਆ, ਚਾਹੇ ਉਹ ਸਾਡੇ ਵਿਅਕਤੀਗਤ ਤੌਰ 'ਤੇ ਆ ਜਾਂ ਅਸੀਂ ਪਰਿਵਾਰਕ ਤੌਰ 'ਤੇ ਦੇਖਦੇ ਹਾਂ ਜਾਂ ਸਮਾਜਿਕ ਤੌਰ 'ਤੇ ਦੇਖਦੇ ਹਾਂ, ਈਵਨ ਪੋਲੀਟੀਕਲ ਲੈਵਲ ਦੇ ਉੱਤੇ ਦੇਖਦੇ ਹਾਂ, ਨੈਸ਼ਨਲ ਲੈਵਲ 'ਤੇ ਦੇਖਦੇ ਹਾਂ, ਇੰਟਰਨੈਸ਼ਨਲ ਲੈਵਲ 'ਤੇ ਦੇਖਦੇ ਹਾਂ, ਗਲੋਬਲ ਪੱਧਰ 'ਤੇ ਦੇਖਦੇ ਹਾਂ, ਉਹ ਸਾਰੇ ਤਰ੍ਹਾਂ ਦੇ ਜਿਹੜੇ ਟਕਰਾਅ ਆ ਤੁਸੀਂ ਉਹਦੇ ਵਿੱਚ ਪੇਸ਼ ਕੀਤੇ ਹੈਗੇ ਆ। ਕੀ ਇਸ ਕਿੱਸੇ ਨੂੰ ਲਿਖਣ ਦੇ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਸੇ ਰਿਸਰਚ ਦਾ ਵੀ ਸਹਾਰਾ ਲੈਣਾ ਪਿਆ? ਕਿਉਂਕਿ ਕੁਝ ਬਹੁਤ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਜਾਨਵਰਾਂ ਬਾਰੇ ਕੀਤੀਆਂ ਨੇ, ਜਾਨਵਰ ਕਿਸ ਤਰ੍ਹਾਂ ਬਿਹੇਵ ਕਰਦੇ ਨੇ, ਉਹਦੇ ਵਿੱਚ ਇੱਕ ਡਾਕਟਰ ਦਾ ਕੈਰੈਕਟਰ ਵੀ ਕ੍ਰੀਏਟ ਕੀਤਾ ਹੋਇਆ। ਸੋ ਉਹਦੇ ਲਈ ਕਿਸੇ ਤਰ੍ਹਾਂ ਦੀ ਰਿਸਰਚ ਦਾ ਸਹਾਰਾ ਲੈਣਾ ਪਿਆ? ਹਾਂ ਕਾਫੀ, ਕਿਉਂਕਿ ਮੈਨੂੰ ਕੁੱਤਿਆਂ ਬਾਰੇ ਬਿਲਕੁਲ ਵੀ ਨਹੀਂ ਸੀ ਪਤਾ। ਮੈਂ ਕਦੇ ਕੁੱਤਾ ਨਹੀਂ ਪਾਲਿਆ ਔਰ ਮੈਨੂੰ ਬਿਲਕੁਲ ਹੀ ਨਹੀਂ ਸੀ ਕੁੱਤਿਆਂ ਬਾਰੇ ਪਤਾ। ਤਾਂ ਫਿਰ ਮੈਂ ਪਹਿਲਾਂ ਨੈਟ ਦੇ ਉੱਪਰ ਸਰਚ ਕੀਤਾ, ਗੂਗਲ ਦੇ ਉੱਪਰ ਕੁਝ ਗੂਗਲਿੰਗ ਕੀਤੀ, ਕੁਝ ਬੇਸਿਕ ਗੱਲਾਂ ਜਾਣੀਆਂ। ਤਾਂ ਫਿਰ ਇੱਥੇ 36 ਸੈਕਟਰ ਦੇ ਵਿੱਚ ਇੱਕ ਲੇਡੀ ਹੈ ਜਿਹੜੀ ਕਿ ਉਹ ਮਤਲਬ ਕਿ ਸਟ੍ਰੇ ਡੌਗਸ ਦੇ ਲਈ ਉੱਥੇ ਇੱਕ ਇੰਸਟੀਟਿਊਸ਼ਨ ਚਲਾਉਂਦੀ ਹੈ। ਤਾਂ ਫਿਰ ਮੈਂ ਲੱਭ ਕੇ ਉਸ ਨੂੰ ਅਪਰੋਚ ਕੀਤੀ ਔਰ ਫਿਰ ਮੇਰੇ ਆਪਣੀ ਯੂਨੀਵਰਸਿਟੀ ਵਿੱਚ ਇੱਕ ਟੀਚਰ ਨੇ ਜਿਹੜੇ ਕਿ ਐਨੀਮਲ ਬਿਹੇਵੀਅਰ ਦੇ ਉੱਪਰ ਉਹਨਾਂ ਦੀ ਕਾਫੀ ਰਿਸਰਚ ਸੀ। ਫਿਰ ਮੈਂ ਉਹਨਾਂ ਨਾਲ ਕੁਝ ਸਿਟਿੰਗਸ ਕੀਤੀਆਂ। ਤਾਂ ਉਹਨਾਂ ਸਾਰੇ ਲੋਕਾਂ ਨੇ, ਇੱਕ ਕੈਪਟਨ ਸਾਹਿਬ ਮੇਰੇ ਘਰ ਅਚਾਨਕ ਆ ਗਏ, ਉਹਨਾਂ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਸੀ ਔਰ ਅਚਾਨਕ ਗੱਲ ਚੱਲ ਪਈ ਤੇ ਉਹਨਾਂ ਨੇ ਮੈਨੂੰ ਬਹੁਤ ਕੁਝ ਦੱਸਿਆ। ਸੋ ਇੱਦਾਂ 5-7 ਲੋਕਾਂ ਨੇ ਮੈਂ ਉਹਨਾਂ ਕੋਲ ਨਾਲ ਗੱਲ ਕੀਤੀ ਔਰ ਉਹਨਾਂ ਨੇ ਮੈਨੂੰ ਕੁੱਤਿਆਂ ਦੇ ਬਿਹੇਵੀਅਰ ਬਾਰੇ, ਉਹਨਾਂ ਦੀਆਂ ਆਦਤਾਂ ਬਾਰੇ, ਉਹਨਾਂ ਦੀਆਂ ਪ੍ਰੋਬਲਮਸ ਬਾਰੇ ਤੇ ਉਹਨਾਂ ਨਾਲ ਅਸੀਂ ਹਿਊਮਨ ਕੀ ਕਰਦੇ ਹਾਂ, ਅਸੀਂ ਮਨੁੱਖ ਉਹਨਾਂ ਨਾਲ ਕੀ ਕਰਦੇ ਹਾਂ, ਇਹਦੇ ਬਾਰੇ ਮੈਨੂੰ ਬਹੁਤ ਦੱਸਿਆ। ਇਹ ਕਿੱਦਾਂ ਅਸੀਂ ਕਰੂਲ, ਮੈਨੂੰ ਉਹ ਕੈਪਟਨ ਸਾਹਿਬ ਨੇ ਬਹੁਤ ਗੱਲਾਂ ਦੱਸੀਆਂ ਔਰ ਮੇਰੀ ਯੂਨੀਵਰਸਿਟੀ ਦੇ ਵਿੱਚ ਇੱਕ ਟੀਚਰ ਨੇ, ਉਹਨਾਂ ਨੇ ਦੱਸਿਆ ਕਿ ਅਸੀਂ ਬੇਸਿਕਲੀ ਕਿੱਦਾਂ ਦੇ ਲੋਕ ਹਾਂ। ਔਰ ਗੂਗਲ ਦੇ ਉੱਪਰ ਇਹਦੇ ਉੱਪਰ ਬਹੁਤ ਆਰਟੀਕਲ ਪਏ ਸਨ ਔਰ ਆਫ ਕੋਰਸ ਮੈਨੂੰ ਬਹੁਤ ਰਿਸਰਚ ਕਰਨੀ ਪਈ। 15-20 ਦਿਨ ਜਿਹੜੇ ਪਲੈਨਿੰਗ ਦੇ ਸੀ ਬੇਸਿਕਲੀ ਮੇਰੇ ਉਹ ਨਾਲ ਦੀ ਨਾਲ ਰਿਸਰਚ ਦੇ ਵੀ ਸੀਗੇ। ਮੈਂ ਕਿਸੇ 3 ਮਹੀਨੇ ਦੇ ਵਿਚਕਾਰ ਜੇ ਪੂਰਾ ਕੀਤਾ ਤਾਂ ਪਹਿਲਾ 1.5 ਮਹੀਨਾ ਪਲੈਨਿੰਗ ਦਾ ਔਰ ਬੇਸਿਕ ਖਾਕਾ ਖੜਾ ਕਰਨ ਦਾ ਔਰ ਲੋਕਾਂ ਨਾਲ ਗੱਲਬਾਤ ਕਰਨ ਦਾ ਹੀ ਸੀਗਾ। ਕਾਫੀ ਲੋਕਾਂ ਨਾਲ ਮੈਂ ਡਿਸਕਸ਼ਨ ਕੀਤੀ। ਅੱਛਾ, ਇੱਕ ਹੋਰ ਚੀਜ਼ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਿਸ ਵੇਲੇ ਇਹ ਤੁਹਾਡਾ ਤਿਆਰ ਹੋ ਗਿਆ, ਕਿੱਸਾ ਤੁਸੀਂ ਤਿਆਰ ਕਰ ਲਿਆ, ਨਾਵਲ ਤੁਹਾਡਾ ਰੈਡੀ ਹੋ ਗਿਆ, ਪਹਿਲੀ ਵਾਰੀ ਪੜ੍ਹਨ ਲਈ ਜੇ ਤੁਸੀਂ ਕਿਸੇ ਨੂੰ ਦਿੱਤਾ ਤੇ ਉਹਨਾਂ ਦੀ ਪ੍ਰਤੀਕਿਰਿਆ ਕੀ ਸੀ ਤੇ ਉਹ ਕੌਣ ਸਨ? ਹਾਂ, ਮੈਂ 2 ਨੌਜਵਾਨ ਮੁੰਡਿਆਂ ਨੂੰ ਭੇਜਿਆ ਇਹ, ਕਿਉਂਕਿ ਇਹ ਇੰਨਾ ਕੁ ਵੱਖਰਾ ਸੀ ਸ਼ੈਲੀ ਦੇ ਪੱਖੋਂ, ਵਿਸ਼ੇ ਦੇ ਪੱਖੋਂ, ਕਿ ਮੈਨੂੰ ਪਤਾ ਸੀਗਾ ਕਿ ਮੇਰੀ ਉਮਰ ਦੇ ਜਾਂ ਮੇਰੇ ਤੋਂ ਸੀਨੀਅਰ ਜਿਹੜੇ ਟੀਚਰ ਨੇ ਉਹਨਾਂ ਨੇ ਰਿਜੈਕਟ ਕਰ ਦੇਣਾ। ਮੇਰੇ ਨਾਟਕਾਂ ਨੂੰ ਵੀ ਬਹੁਤ ਸਟਰਗਲ ਕਰਨਾ ਪਿਆ। ਪਹਿਲੇ ਨਾਟਕ ਚੌਂਕ ਤੋਂ ਸ਼ਹਿਰ ਦੇ ਨਾਲ ਮੈਂ ਸਟੇਬਲ ਤਾਂ ਹੋ ਗਿਆ, ਲੇਕਿਨ ਬਹੁਤ ਦੇਰ ਲੱਗੀ ਮੇਰੀ ਸ਼ੈਲੀ ਲੋਕਾਂ ਨੂੰ ਸਮਝਣ ਦੇ ਲਈ। ਤਾਂ ਮੈਨੂੰ ਬਹੁਤ ਸਟਰਗਲ ਕਰਨਾ ਪਿਆ ਸੀ। ਤਾਂ ਮੈਂ ਕੌਨਸ਼ੀਅਸ ਸੀ, ਮੈਨੂੰ ਪਤਾ ਸੀ। ਮੈਂ ਵੈਸੇ ਵੀ ਬਿਲੀਵ ਕਰਦਾ ਕਿ ਮੇਰੀ ਇਹ ਰਚਨਾ ਕਿਉਂਕਿ ਆਉਣ ਵਾਲੇ ਲੋਕਾਂ ਨਾਲ ਜ਼ਿਆਦਾ, ਇਹ ਸ਼ੈਲੀ ਜਿਹੜੀ ਸੀ, ਇਹ ਵਿਸ਼ਾ ਜਿਹੜਾ ਸੀ, ਮੈਨੂੰ ਲੱਗਿਆ ਆਉਣ ਵਾਲੇ ਲੋਕਾਂ ਦਾ ਜ਼ਿਆਦਾ। ਮੈਨੂੰ ਥੋੜਾ ਜਿਹਾ ਇੱਕ ਉਲੰਭ ਹੈ। ਪੰਜਾਬੀ ਦੇ ਬਹੁਤੇ ਵਿਦਵਾਨ, ਆਲੋਚਕ, ਸਾਡੇ ਅਧਿਆਪਕ, ਉਹਨਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਸਰਲ ਬਣਾਤਾ। ਬਸ ਤੁਸੀਂ ਮਤਲਬ ਕਿ ਕਿਸਾਨੀ ਦੀਆਂ ਸਮੱਸਿਆਵਾਂ, ਪਿੰਡਾਂ ਦੀਆਂ ਸਮੱਸਿਆਵਾਂ ਰੋਲੋ, ਪ੍ਰਵਾਸ ਦੇ ਵਿੱਚ ਬੈਠੇ ਲੋਕਾਂ ਦੇ ਦੁੱਖ ਰੋਲੋ ਤੇ ਤੀਜਾ ਔਰਤਾਂ ਦੇ ਦੁੱਖ ਰੋਲੋ ਤੇ ਰਚਨਾ ਮਹਾਨ ਹੋ ਜਾਂਦੀ ਹੈ। ਜੇ ਬਹੁਤ ਕਿਸੇ ਨੇ ਪ੍ਰਭਾਵ ਪਾਉਣਾ, ਇਤਿਹਾਸ ਮਿਥਿਹਾਸ ਚੋਂ ਹਵਾਲੇ ਲੈ ਕੇ ਉਹ ਤੋੜ ਮਰੋੜ ਕਰਕੇ ਕਹਾਣੀ ਕ੍ਰੀਏਟ ਕਰ ਦਿੰਦਾ ਤੇ ਰਚਨਾ ਮਹਾਨ ਮੰਨ ਲਈ ਜਾਂਦੀ ਹੈ। ਚੌਥਾ ਵਿਸ਼ਾ ਹੀ ਨਹੀਂ ਸਾਡੇ ਕੋਲੇ ਆਉਂਦਾ ਔਰ ਜੇ ਕੋਈ ਦੇਣ ਦੀ ਕੋਸ਼ਿਸ਼ ਕਰਦਾ ਉਸ ਨੂੰ ਅਸੀਂ ਰਿਜੈਕਟ ਕਰ ਦਿੰਦੇ ਹਾਂ। ਇਹ ਮੇਰੇ ਆਮ ਲੋਕਾਂ ਨੇ ਨਾਵਲ ਪੜ੍ਹਿਆ ਮੇਰਾ ਇਹ, ਜੇ ਤੁਸੀਂ ਵਿਦਵਾਨਾਂ ਨੂੰ ਕਹੋ, ਨਹੀਂ ਇੱਕ ਵੀ ਵਿਦਵਾਨ ਨੇ ਪੜ੍ਹ ਕੇ ਇਹਨੂੰ ਮੈਨੂੰ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਦੇ ਬਾਵਜੂਦ ਵੀ ਕਿ ਮੈਂ 15 ਲੋਕਾਂ ਨੂੰ ਇਹ ਨਾਵਲ ਗਿਫਟ ਕਰਵਾਇਆ ਆਪਣੇ ਪ੍ਰਕਾਸ਼ਕ ਨੂੰ ਕਹਿ ਕੇ। ਪਰ ਨਵਜੋਤ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਮੈਂ ਉਮੀਦ ਕਰਦਾ 15 ਵਿੱਚੋਂ 10 ਨੇ ਤਾਂ ਪੜ੍ਹਿਆ ਹੀ ਨਹੀਂ ਹੋਣਾ ਔਰ 5 ਨੇ ਜੇ ਪੜ੍ਹਿਆ ਵੀ ਹੈ ਤਾਂ ਉਹਨਾਂ ਨੇ ਮੈਨੂੰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇੱਕ ਨੇ ਪ੍ਰਤੀਕਿਰਿਆ ਦਿੱਤੀ, ਉਸਨੇ ਮੈਨੂੰ ਕਮਾਲ ਦੇ ਲਫ਼ਜ਼ ਵਰਤੇ, ਕਹਿੰਦੇ ਹੈ ਕੀ ਹੈ ਇਹ। ਸਮਝ ਸਕਦੇ ਹੋ ਤੁਸੀਂ? ਤਾਂ ਮੈਂ ਬਿਲੀਵ ਹੀ ਨਹੀਂ ਕਰਦਾ ਕਿ ਮੇਰੇ ਨਾਲ ਦੇ ਜਿਹੜੇ ਵਿਦਵਾਨ ਨੇ, ਜਿਹੜੇ ਯੂਨੀਵਰਸਿਟੀਆਂ ਦੇ ਅਧਿਆਪਕ ਨੇ, ਵਿਦਵਾਨ ਨੇ, ਉਹਨਾਂ ਨੂੰ ਮੇਰਾ ਇੱਕ ਕਿੱਸਾ ਸਮਝ ਆਊਗਾ ਜਾਂ ਉਹ ਪੜ੍ਹ ਲੈਣਗੇ। ਮੈਂ ਤਾਂ ਆਪਣੀ ਸਾਰੀ ਰਚਨਾ ਦੇ ਦੌਰਾਨ ਪਹਿਲੇ ਦਿਨ ਤੋਂ ਫੋਕਸਡ ਹਾਂ ਕਿ ਮੈਨੂੰ ਪਤਾ ਮੇਰੀ ਰਚਨਾ ਦੇ ਵਿੱਚ ਵਿਦਵਤਾ ਹੈ, ਪਰ ਇਹ ਆਮ ਲੋਕਾਂ ਦੀ ਵਿਦਵਤਾ ਹੋਵੇ।
ਜੇ ਆਮ ਲੋਕ ਮੇਰੇ ਨਾਟਕਾਂ ਨੂੰ ਨਹੀਂ ਦੇਖਦੇ, ਮੇਰੀਆਂ ਫਿਲਮਾਂ ਨੂੰ ਨਹੀਂ ਦੇਖਦੇ ਜਾਂ ਮੇਰੇ ਨਾਵਲ ਨੂੰ ਨਹੀਂ ਪੜ੍ਹਦੇ, ਮੈਨੂੰ ਕੀ ਫਾਇਦਾ? ਇਹ ਮੈਂ ਆਪਣੇ ਲਈ ਤਾਂ ਲਿਖਿਆ ਨਹੀਂ, ਨਾ ਹੀ ਵਿਦਵਾਨਾਂ ਲਈ ਲਿਖਿਆ। ਔਰ ਵਿਦਵਾਨਾਂ ਨੂੰ ਉਹਨਾਂ ਦੀ ਲਿਖਣ ਦੀ ਲੋੜ ਵੀ ਨਹੀਂ ਹੁੰਦੀ। ਜੇ ਆਮ ਲੋਕਾਂ ਨੇ ਤੁਹਾਡੀ ਰਚਨਾ ਨਹੀਂ ਪੜ੍ਹੀ, ਆਮ ਲੋਕਾਂ ਦੇ ਤੁਹਾਡੇ ਨਹੀਂ ਜੁੜੇ ਤੁਸੀਂ, ਫਿਰ ਸਾਹਿਤ ਦਾ ਮਕਸਦ ਹੀ ਫੇਲ ਹੋ ਜਾਂਦਾ। ਇਸ ਕਰਕੇ ਮੈਂ 2 ਨੌਜਵਾਨ ਮਿੱਤਰਾਂ ਨੂੰ ਭੇਜਿਆ। ਇੱਕ ਸਵਾਮੀ ਸਰਬਜੀਤ ਨੇ, ਫੇਸਬੁੱਕ ਦੇ ਉੱਪਰ ਬਹੁਤ ਐਕਟਿਵ ਨੇ, ਔਰ ਦੂਜਾ ਇੱਕ ਬਹੁਤ ਹੀ ਲਰਨਡ ਮੇਰਾ ਸਟੂਡੈਂਟ ਹੈ ਸੈਮ ਗੁਰਵਿੰਦਰ। ਮੈਂ ਬਸ ਦੋਨਾਂ ਨੂੰ ਇਹਦਾ ਪਹਿਲਾ ਖਰੜਾ ਭੇਜਿਆ। ਮੈਂ ਉਹਨਾਂ ਨੂੰ ਇਹੀ ਪੁੱਛਿਆ ਕਿ ਮੈਨੂੰ ਬਸ ਤੁਸੀਂ ਹੋਰ ਕੁਝ ਨਹੀਂ ਕਹਿਣਾ, ਮੈਨੂੰ ਹਾਂ ਜਾਂ ਨਾ ਚਾਹੀ ਦੱਸਣਾ ਕਿ ਕੀ ਮੈਂ ਇਸ ਨੂੰ ਛਪਵਾਵਾਂ ਕਿੰਨਾ। ਔਰ ਦੋਨਾਂ ਨੇ ਮੈਨੂੰ ਬਹੁਤ ਵਧੀਆ ਫੀਡਬੈਕ ਦਿੱਤੀ। ਔਰ ਮੈਨੂੰ ਲੱਗਦਾ ਜਦੋਂ ਮੇਰੇ ਨੌਜਵਾਨ ਪੀੜ੍ਹੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਮੈਂ ਕੀ ਕਹਿ ਰਿਹਾ, ਤਾਂ ਮੇਰਾ ਕਿੱਸਾ ਯੰਗ ਹੈ। ਫਿਰ ਮੈਂ ਇਸ ਨੂੰ ਛਪਣ ਭੇਜਿਆ। ਮੈਨੂੰ ਸੈਮ ਗੁਰਵਿੰਦਰ ਔਰ ਸਵਾਮੀ ਸਰਬਜੀਤ ਨੇ ਤਾਂ ਇਹਦੇ ਉੱਪਰ ਕਾਫੀ ਲੰਬਾ ਚੌੜਾ ਵੀ ਲਿਖਿਆ ਬਾਅਦ ਦੇ ਵਿੱਚ, ਔਰ ਸੈਮ ਨੇ ਇਹਦੇ ਪਲੱਸ ਪੁਆਇੰਟ ਦੱਸੇ ਔਰ ਨੈਗੇਟਿਵ ਪੁਆਇੰਟ ਵੀ 1-2 ਦੱਸੇ, ਜਿਹੜੇ ਕਿ ਮੈਂ ਬਾਅਦ ਦੇ ਵਿੱਚ ਕੱਟੇ ਵੀ। ਤਾਂ ਮੈਂ ਉਹਨਾਂ 2 ਜਣੇ ਨੂੰ ਹੀ ਭੇਜਿਆ, ਔਰ ਉਹਨਾਂ ਦੋਨਾਂ ਦੀ ਬਹੁਤ ਪੋਜ਼ਿਟਿਵ ਜਦੋਂ ਪ੍ਰਤੀਕਿਰਿਆ ਮੈਨੂੰ ਮਿਲੀ, ਮੈਂ ਤਾਂ ਇਹ ਛਪਣ ਭੇਜਿਆ। ਬਹੁਤ ਸਾਰੀਆਂ ਪੋਜ਼ਿਟਿਵ ਗੱਲਾਂ ਨੇ। ਜਦੋਂ ਮੈਂ ਇਸ ਕਿਤਾਬ ਨੂੰ ਪੜ੍ਹ ਰਹੀ ਸੀ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਬਹੁਤ ਸਾਰੀਆਂ ਹਾਈਲਾਈਟਸ ਲਿਖੀਆਂ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਆਹ ਜਿਹੜੀ ਗੱਲ ਹੈ ਇਹ ਬਹੁਤ ਵਧੀਆ, ਆਹ ਗੱਲ ਬਹੁਤ ਵਧੀਆ। ਤਾਂ ਮੇਰੀ ਜਿਹੜੀ ਕਿਤਾਬ ਹੈ ਉਹ ਥਾਂ 'ਤੇ ਪੀਲੇ ਹਾਈਲਾਈਟਰ ਦੇ ਨਾਲ ਉਹ ਪੀਲੀ ਹੋਈ ਪਈ ਹੈ। ਅਤੇ ਮੈਂ ਇਹ ਗੱਲ ਮਹਿਸੂਸ ਕਰਦੀ ਹਾਂ ਕਿ ਕੁਝ ਗੱਲਾਂ ਤੁਸੀਂ ਇੰਨੀਆਂ ਜ਼ਬਰਦਸਤ ਲਿਖੀਆਂ, ਜਿਵੇਂ ਯੂਨੀਵਰਸਲ ਟਰੂਥ ਹੁੰਦੇ ਆ। ਉਹ ਇਸ ਲਈ ਨਹੀਂ ਮੈਂ ਤੁਹਾਨੂੰ ਕਹਿ ਰਹੀ ਕਿ ਵੀ ਤੁਸੀਂ ਇਹਦੇ ਇੱਕ ਲੇਖਕ ਹੋ ਤਾਂ ਤੁਹਾਨੂੰ ਮੈਂ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਐਵੇਂ ਹੀ ਝੂਠੀ ਤਾਰੀਫ ਕਰ ਰਹੀ ਹਾਂ। ਯਕੀਨਨ ਤੌਰ 'ਤੇ ਵੀ ਮੈਂ ਇਸ ਚੀਜ਼ ਨੂੰ ਮਹਿਸੂਸ ਕੀਤਾ। ਦੈਟਸ ਵਾਈ ਅੱਜ ਮੈਂ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੀ ਹੈਗੀ ਹਾਂ। ਪਰ ਫਿਰ ਵੀ ਇੱਕ ਮੇਰੇ ਮਨ 'ਚ ਹੋਰ ਚੀਜ਼ ਪੈਦਾ ਹੁੰਦੀ ਹੈ ਕਿ ਕੁਝ ਫਿਰ ਵੀ ਤੁਹਾਡੇ ਮਨ ਦੇ ਵਿੱਚ ਟਾਰਗੇਟ ਜਿਹੜੀ ਰੀਡਰਸ਼ਿਪ ਹੈ ਜਾਂ ਟਾਰਗੇਟ ਰੀਡਰਸ ਆ ਉਹ ਜ਼ਰੂਰ ਹੋਣਗੇ। ਆਮ ਲੋਕਾਂ ਦੀ ਤਾਂ ਗੱਲ ਹੋ ਗਈ, ਆਮ ਲੋਕ ਬਹੁਤਾ ਪੜ੍ਹਦੇ ਵੀ ਘੱਟ ਨੇ। ਫਿਰ ਵੀ ਤੁਹਾਡੇ ਮਨ ਦੇ ਵਿੱਚ ਜੇ ਟਾਰਗੇਟ ਰੀਡਰਸ ਕੁਝ ਹੋਣਗੇ, ਕੀ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੁਸੀਂ? ਹਾਂ, ਟਾਰਗੇਟ ਲੀਡਰ ਮੈਂ ਮੰਨ ਕੇ ਚੱਲਦਾ ਸੀਗਾ ਕਿ ਜਿਸ ਨੂੰ ਸਾਹਿਤ ਦੀ ਥੋੜੀ ਜਿਹੀ ਆਮ ਤੋਂ ਉੱਪਰ ਸਮਝ ਹੈਗੀ, ਮੈਂ ਉਸ ਨੂੰ ਪਹਿਲੇ ਦਿਨ ਤੋਂ ਹੀ ਮਤਲਬ ਕਿ ਮੈਂ ਇਸ ਗੱਲ ਤੋਂ ਅਵੇਅਰ ਸੀ ਕਿ ਬਿਲਕੁਲ ਆਮ ਲੋਕ ਕਿਸੇ ਪੰਜਾਬੀ ਸਾਹਿਤ ਨੂੰ ਵੈਸੇ ਵੀ ਨਹੀਂ ਪੜ੍ਹਦੇ, ਤੇ ਉਹਨਾਂ ਨੂੰ ਜੇ ਸਮਝ ਆਉਂਦੀਆਂ ਨੇ ਚੀਜ਼ਾਂ ਤਾਂ ਸੋਚ ਸਵਾਦ ਦੇ ਪੱਧਰ ਤੇ ਸਮਝ ਆਉਂਦੀਆਂ ਨੇ। ਤਾਂ ਮੈਂ ਥੋੜੀ ਜਿਹੀ ਅਜਿਹੀ ਟਾਰਗੇਟ ਰੀਡਰਸ਼ਿਪ ਸਮਝਦਾ ਸੀ ਜਿਸ ਨੂੰ ਸਟਾਇਰ ਦੀ ਸਮਝ ਹੈ। ਤੁਸੀਂ ਜਾਣਦੇ ਹੋ ਕਿ ਮੇਰਾ ਸਾਰਾ ਕਿੱਸਾ ਆਪਣੇ ਆਪ 'ਚ ਇੱਕ ਸਟਾਇਰ ਹੈ, ਔਰ ਥਾਂ ਦੇ ਵਿੱਚ ਇਹਦੇ ਉੱਪਰ ਸਟਾਇਰ ਨੇ, ਵਿਅੰਗ ਹੈ। ਔਰ ਵਿਅੰਗ ਮੇਰੀ ਨਾਟਕਾਂ ਦਾ, ਮੇਰੀਆਂ ਫਿਲਮਾਂ ਦਾ ਹਮੇਸ਼ਾ ਇੱਕ ਖਾਸ ਹਿੱਸਾ ਹੁੰਦਾ। ਮੈਂ ਫੇਸਬੁੱਕ ਦੇ ਉੱਪਰ ਵੀ ਐਕਟਿਵ ਹਾਂ, ਤੁਹਾਨੂੰ ਪਤਾ, ਮੈਂ ਉਹਦੇ ਉੱਪਰ ਵੀ ਵਿਅੰਗ ਕਰਦਾ ਹੈ ਨਾ। ਤਾਂ ਇਹਦੇ ਵਿੱਚ ਮੈਂ ਮੰਨ ਕੇ ਚੱਲਦਾ ਸੀ ਕਿ ਅਜਿਹੀ ਰੀਡਰਸ਼ਿਪ ਜਿਹਨੂੰ ਕਿ ਥੋੜੀ ਜਿਹੀ ਵਿਅੰਗ ਦੀ ਸਮਝ ਹੈ, ਮੇਰੇ ਦਿਮਾਗ ਦੇ ਵਿੱਚ ਪਹਿਲੇ ਦਿਨ ਤੋਂ ਉਹ ਸੀ। ਮੈਨੂੰ ਲੱਗਦਾ ਸੀ ਕਿ ਜਿਹੜੇ ਲੋਕ ਵਿਅੰਗ ਨੂੰ ਸਮਝਦੇ ਆ, ਇੰਜੋਏ ਕਰਨਾ ਚਾਹਣਗੇ ਕਿ ਹਲਕੇ ਫੁਲਕੇ ਤਰੀਕੇ ਨਾਲ ਮੈਂ ਕੋਈ ਸੀਰੀਅਸ ਗੱਲ ਕਹਿ ਰਿਹਾ, ਉਹ ਇਸ ਨੂੰ ਲਾਈਕ ਕਰਨਗੇ। ਮੈਂ ਪਹਿਲੇ ਦਿਨ ਤੋਂ ਬਸ ਓਨੀ ਕੁ ਆਡੀਅੰਸ ਰੀਡਰਸ਼ਿਪ ਦੇ ਉੱਪਰ ਫੋਕਸਡ ਸੀ। ਜਦੋਂ ਮੈਂ ਇਹ ਨਾਵਲ ਲਿਖ ਕੇ ਤੇ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਜੀ ਮੇਰੇ ਮਿੱਤਰ ਨੇ, ਔਰ ਮੇਰੇ ਅੱਜ ਕੱਲ੍ਹ ਸਾਰੇ ਨਾਟਕ ਉਹੀ ਛਾਪਦੇ ਨੇ, ਉਹਨਾਂ ਨੇ ਹੀ ਛਾਪੇ ਨੇ। ਉਹ ਮੇਰੇ ਨਿੱਜੀ ਤੌਰ ਤੇ ਮਿੱਤਰ ਵੀ ਨੇ ਔਰ ਮੇਰੇ ਨਾਲ ਹਮੇਸ਼ਾ ਮੈਨੂੰ ਗਾਈਡ ਕਰਦੇ ਰਹਿੰਦੇ ਨੇ ਇਸ ਲਾਈਨ ਦੇ ਵਿੱਚ। ਤਾਂ ਮੈਂ ਸਤੀਸ਼ ਜੀ ਨੂੰ ਭੇਜਿਆ। ਉਹਨਾਂ ਦਾ ਪਹਿਲੀ ਪ੍ਰਤੀਕਰਮ ਹੀ ਹੋਇਆ, ਇਹਦਾ ਬਹੁਤ ਲੰਬਾ ਚੌੜਾ ਨੂੰ ਛਾਪੂ ਕੌਣ। ਉਹਨਾਂ ਦਾ ਮਤਲਬ ਕਿ ਪਹਿਲਾ ਪ੍ਰਤੀਕਰਮ ਇਹ ਸੀਗਾ, ਮਜ਼ਾਕ ਦੇ ਵਿੱਚ ਉਹਨਾਂ ਨੇ ਕਿਹਾ। ਮੈਂ ਕਿਹਾ ਨਹੀਂ, ਇਹਨੂੰ ਤੁਸੀਂ ਛਾਪਣਾ ਤਾਂ ਛਾਪ ਲਓ, ਨਹੀਂ ਤਾਂ ਮੈਂ ਸੁੱਟ ਦੂੰਗਾ। ਉਹਨਾਂ ਨੇ ਥੋੜੇ ਜਿਹੇ ਸਫ਼ੇ ਪੜ੍ਹੇ, ਉਹ ਕਹਿੰਦੇ ਨਹੀਂ ਇਹ ਬਹੁਤ ਵਧੀਆ, ਇਹ ਛਾਪਣ ਵਾਲੀ ਚੀਜ਼ ਹੈ। ਮੈਨੂੰ ਇਹਦੇ 2 ਗੱਲਾਂ ਤੇ ਡਾਊਟ ਹੈ ਕਿ ਇਹ ਆਮ ਲੋਕਾਂ ਨੂੰ ਬਹੁਤ ਪਸੰਦ ਆਊਗਾ, ਇਸ 'ਚ ਕੋਈ 2 ਰਾਏ ਨਹੀਂ। ਇਹਦੀ ਰੀਡਰਸ਼ਿਪ ਬਹੁਤ ਵੱਡੀ ਹੋਊਗੀ, ਇਹਦੇ ਵਿੱਚ ਕੋਈ 2 ਰਾਏ ਨਹੀਂ। ਮੈਂ ਛਾਪਣ ਨੂੰ ਤਿਆਰ ਹਾਂ, ਲੇਕਿਨ ਮੈਨੂੰ ਥੋੜਾ ਜਿਹਾ ਡਰ ਹੈ ਕਿ ਇਹ ਵਿਦਵਾਨਾਂ ਦੇ ਪਤਾ ਨਹੀਂ ਹਿਸਾਬ 'ਚ ਆਊਗਾ ਕਿ ਨਹੀਂ। ਮੈਂ ਕਿਹਾ ਬਸ ਫਿਰ ਮੇਰਾ ਕੰਮ ਹੋ ਗਿਆ। ਮੈਂ ਸੋਚਦਾ ਹੀ ਨਹੀਂ ਕਿ ਵਿਦਵਾਨ ਇਸ ਨੂੰ ਪੜ੍ਹਨ, ਮੈਂ ਉਮੀਦ ਹੀ ਨਹੀਂ ਕਰਦਾ ਉਹ ਪੜ੍ਹਨਗੇ। ਮੈਂ ਖੁਦ ਇੱਕ ਵਿਦਵਾਨ ਹਾਂ, ਮੈਨੂੰ ਪਤਾ ਕਿ ਮੈਨੂੰ ਕੋਈ ਕਿਤਾਬ ਗਿਫਟ ਕਰ ਦਿੰਦਾ ਤੇ ਉਹਨੂੰ ਪੜ੍ਹਾਉਣ ਦੇ ਲਈ ਮੈਨੂੰ ਕਿੰਨੇ ਨਾਲ ਫੋਨ ਕਰਨੇ ਪੈਂਦੇ, ਮੈਂ ਵੀ ਤਾਂ ਉਹਨਾਂ ਦਾ ਹਿੱਸਾ। ਤੇ ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਕੋਈ ਗੱਲ ਨਹੀਂ, ਮੈਨੂੰ ਪਤਾ ਵਿਦਵਾਨ ਇਸ ਨੂੰ ਲੇਟ ਪੜ੍ਹਨਗੇ, ਆਖਿਰ 'ਚ ਪੜ੍ਹਨਗੇ, ਆਪਾਂ ਆਮ ਆਡੀਅੰਸ ਨੂੰ ਫੋਕਸ ਕਰਕੇ ਚੱਲਦੇ ਹਾਂ, ਇੱਕ ਵਾਰੀ ਤੁਸੀਂ ਇਸ ਨੂੰ ਛਾਪੋ। ਔਰ ਜਦੋਂ ਫਿਰ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਸਰਵਰਕ ਬਣਵਾ ਕੇ ਭੇਜਿਆ ਤੇ ਉੱਤੇ ਲਿਖਿਆ ਮੈਂ ਇਹ ਕਿ ਜੇ ਕਿੱਸਾ ਨਹੀਂ ਪੜ੍ਹਿਆ ਉਹ ਤਾਂ ਨਾਰਾਜ਼ ਹੋ ਗਏ, ਕਹਿੰਦੇ ਇਹ ਲਾਈਨ ਲਿਖ ਕੇ ਤਾਂ ਸਾਡੇ ਪਾਠਕ ਅਫੈਂਡਡ ਮਹਿਸੂਸ ਕਰਨਗੇ। ਮੈਂ ਕਿਹਾ ਓਕੇ, ਕੋਈ ਨਹੀਂ, ਚੱਲਣ ਦਿਓ। ਤੁਸੀਂ ਇੱਕ ਵਾਰੀ ਪਾਠਕਾਂ ਦੀ ਹੋਮੇ ਨੂੰ ਸੱਟ ਵੱਜਣ ਦਿਓ। ਜੇ ਉਹ ਆਮ ਪਾਠਕ ਹੈ ਜਿਨ੍ਹਾਂ ਨੂੰ ਵਿਅੰਗ ਦੀ ਸਮਝ ਹੈ, ਉਹ ਇਸ ਨੂੰ ਇੰਜੋਏ ਕਰਨਗੇ। ਔਰ ਬਾਅਦ ਦੇ ਵਿੱਚ ਇਹੀ ਹੋਇਆ, ਤੁਸੀਂ ਦੇਖ ਸਕਦੇ ਹੋ। ਆਮ ਜਿਹੜੇ ਪਾਠਕਾਂ ਨੇ ਕਦੇ ਪੜ੍ਹਨਾ ਹੀ ਨਹੀਂ ਹੁੰਦਾ, ਸੋਸ਼ਲ ਮੀਡੀਆ ਤੇ ਰੌਲਾ ਹੀ ਪਾਉਣਾ ਹੁੰਦਾ, ਇੱਕ ਨੇ ਲਿਖਤਾ ਬਕਾਇਦਾ, ਮੈਂ ਇਹ ਕਿਤਾਬ ਖਰੀਦਣਾ ਚਾਹੁੰਦਾ ਸੀ, ਮੈਂ ਇਸੇ ਕਰਕੇ ਨਹੀਂ ਖਰੀਦੀ ਕਿ ਉੱਤੇ ਆਹ ਕੀ ਲਾਈਨ ਲਿਖੀ ਹੈ।
ਹੁਣ ਉਹ ਬਿਨਾਂ ਪੜ੍ਹੇ ਜੇ ਕੋਈ ਵਰਡਿਕਟ ਦੇਣ ਵਾਲਾ ਜਿਹੜੀ ਸਾਡੀ ਵਿਦਵਾਨੀ ਹੈਗੀ ਉਹਨਾਂ ਲਈ ਇਹ ਕਿੱਸਾ ਹੈ ਵੀ ਨਹੀਂ, ਠੀਕ ਹੈ। ਉਹ ਸਮਝ ਹੀ ਨਹੀਂ ਸਕਦੇ ਕਿ ਇਹ ਕਿੱਸਾਕਾਰ ਕਿਸ ਤਰੀਕੇ ਦਾ ਕਰੈਕਟਰ ਕ੍ਰੀਏਟ ਕੀਤਾ ਗਿਆ। ਲੇਕਿਨ ਕੁੱਲ ਮਿਲਾ ਕੇ ਮੈਨੂੰ ਲੱਗਦਾ ਮੈਂ ਜਿਹੜੀ ਰੀਡਰਸ਼ਿਪ ਉਹ ਫੋਕਸ ਸੀ ਉਸਨੇ ਪੜ੍ਹਿਆ। 2000 ਐਡਾ ਮਹਿੰਗਾ ਨਾਵਲ ਛਪ ਕੇ ਵਿਕ ਜਾਣਾ ਔਰ ਸਾਲ 2 ਸਾਲ ਦੇ ਅੰਦਰ ਅੰਦਰ ਮੈਨੂੰ ਲੱਗਦਾ ਇਹ ਠੀਕ ਹੈ। ਔਰ ਮੈਨੂੰ ਪੁੱਛ ਰਹੇ ਨੇ, ਹੋਰ ਵੀ ਪਬਲਿਸ਼ਰਾਂ ਨੇ ਪੁੱਛਿਆ ਕਿ ਅਗਲਾ ਨਾਵਲ ਕਦੋਂ ਲਿਖਣਾ ਤੁਸੀਂ। ਉਹਦਾ ਠੀਕ ਹੈ, ਮੈਂ ਕਮਿਟਡ ਹਾਂ ਆਪਣੇ ਸਤੀਸ਼ ਜੀ ਨਾਲ। ਅੱਛਾ, ਲੇਕਿਨ ਮੇਰੇ ਨਾਟਕ ਦੀ ਨਾਵਲ ਦੀ ਮੈਨੂੰ ਲੱਗਿਆ ਡਿਮਾਂਡ ਹੈ। ਅੱਛਾ, ਬੇਸ਼ੱਕ ਇਹ ਕਿਹਾ ਜਾਂਦਾ ਕਿ ਜਿਲਦ ਦੇਖ ਕੇ ਕਿਤਾਬ ਦੀ ਪਰਖ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਇਹਦੀ ਜਿਲਦ ਜਿਹੜੀ ਹੈ ਉਹ ਵੀ ਕੁਝ ਉਹਦੇ ਵਿੱਚ ਵੱਖਰਾਪਣ ਹੈ। ਜੇ ਇਹਦੀ ਜਿਲਦ ਕਿਵੇਂ ਬਣੀ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਜ਼ਿਕਰ ਕਰ ਸਕੋ ਤਾਂ ਮਿਹਰਬਾਨੀ ਹੋਏਗੀ। ਕਿਉਂਕਿ ਇਹ ਕਿੱਸਾ ਸੀ ਤੇ ਕਿਸੇ ਬਹੁਤ ਪਹਿਲਾਂ ਲਿਖੇ ਜਾਂਦੇ ਸੀ, ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਕਿਹੋ ਜਿਹਾ ਸਰਵਰਕ ਬਣਾਵਾਂਗੇ ਜਿਹੜਾ ਘਸਿਆ ਹੋਇਆ ਹੋਵੇ। ਅੱਛਾ, ਠੀਕ ਹੈ, ਐਂ ਲੱਗੇ ਕਿ ਪੁਰਾਣਾ ਹੈ, ਇਹ ਵੀ ਰੱਦੀ ਚੋਂ ਕੱਢਿਆ ਹੋਇਆ। ਉਹ ਕਿਉਂਕਿ ਉਹ ਰੰਗ ਇਹੋ ਜਿਹੇ ਸੀ, ਚਮਕੀਲਾ ਬਣਾਉਣਾ ਪੈ ਗਿਆ। ਲੇਕਿਨ ਮੇਰੀ ਤਾਂ ਉਹਨਾਂ ਨੂੰ ਸਲਾਹ ਇਹ ਸੀ ਕਿ ਇਸ ਨੂੰ ਆਪਾਂ ਹੱਥ ਨਾਲ ਇੱਕ ਨੂੰ ਘਸਾਉਂਦੇ ਹਾਂ। ਅੱਛਾ, ਉਹਨਾਂ ਨੂੰ ਵੱਡਾ ਕੰਮ ਲੱਗਿਆ ਵੀ ਇਹ ਜ਼ਿਆਦਾ ਹੋ ਜਾਊਗਾ। ਅਦਰਵਾਈਜ਼ ਮੈਂ ਚਾਹੁੰਦਾ ਸੀ ਕਿ ਇਹਦਾ ਸਰਵਰਕ ਘਸਿਆ ਹੋਇਆ ਨਜ਼ਰ ਆਵੇ, ਕਿਤੋਂ ਪੜ੍ਹਿਆ ਜਾ ਰਿਹਾ, ਕਿਤੋਂ ਨਹੀਂ ਪੜ੍ਹਿਆ ਜਾ ਰਿਹਾ। ਏਦਾਂ ਲੱਗੇ ਕਿ ਤੁਸੀਂ ਇਹ ਪੁਰਾਣੀ ਅਲਮਾਰੀ ਦੇ ਵਿੱਚੋਂ ਕਿਤੋਂ ਇੱਕ ਕਿੱਸਾ ਲੱਭਿਆ। ਫਿਰ ਵੀ ਅਸੀਂ ਇਹਦੇ ਉੱਪਰ ਕਾਫੀ ਸਾਰਾ ਇਹੋ ਜਿਹਾ ਇਫੈਕਟ ਦੇ ਪਾਏ ਕਿ ਇਹ ਪੁਰਾਣੀ ਕਿਤਾਬ ਲੱਗੇ। ਹੁਣ ਨਵੀਂ ਕਿਤਾਬਾਂ ਪੁਰਾਣੀ ਲੱਗ ਨਹੀਂ ਸੀ ਸਕਦੀ, ਏਜਿੰਗ ਇਫੈਕਟ ਜਿਹੜਾ ਸੀ ਉਹ ਸਾਡੇ ਕੋਲ ਟੈਕਨੀਕਸ ਨਹੀਂ ਹੈਗੀਆਂ। ਤਾਂ ਇਸ ਸਰਕ ਵਰਕ ਦੇ ਵਿੱਚ ਫਿਰ ਪੁਰਾਣੇ ਵੇਲਿਆਂ ਵਿੱਚ ਜਦੋਂ ਕਿੱਸੇ ਛਪਦੇ ਸਨ ਉਹਦੇ ਉੱਪਰ ਫੋਟੋਆਂ ਨਹੀਂ ਸੀ ਲਾਈਆਂ ਜਾਂਦੀਆਂ। ਤੋਤਾ ਮੈਨਾ ਉੱਪਰ ਬਾਅਦ ਦੇ ਵਿੱਚ ਫੋਟੋ ਲੱਗੀ ਕਿੱਸਾ ਤੋਤਾ ਮੈਨਾ ਦੇ ਉੱਪਰ, ਅਦਰਵਾਈਜ਼ ਪਹਿਲਾਂ ਫੋਟੋਆਂ ਨਹੀਂ ਸੀ ਲੱਗਦੀਆਂ ਤੇ ਸਿਰਫ ਲਿਖਿਆ ਹੁੰਦਾ ਸੀ ਪੁਰਾਣੀ ਫੋਂਟ ਦੇ ਵਿੱਚ ਵੱਡਾ ਵੱਡਾ ਕਰਕੇ। ਤਾਂ ਅਸੀਂ ਫਿਰ ਉਹੋ ਜਿਹੀ ਪੁਰਾਣੀ ਫੋਂਟ ਵਰਗਾ ਸਟਾਈਲ ਲੱਭਿਆ ਤੇ ਉਹਦੇ ਉੱਪਰ ਪੁਰਾਣੇ ਸਟਾਈਲ ਦਾ ਬਾਰਡਰ ਲਗਾਇਆ। ਫਿਰ ਉਸਨੂੰ ਥੋੜਾ ਜਿਹਾ ਉੱਤੋਂ ਕੱਟ ਕੀਤਾ, ਏਦਾਂ ਲੱਗੇ ਵੀ ਇਹ ਪੁਰਾਣੇ ਵੇਲੇ ਦੀ ਕਿਤਾਬ ਹੈਗੀ ਤੇ ਉਸ ਵੇਲੇ ਟੈਕਨੀਕ ਏਡੀ ਵਧੀਆ ਨਹੀਂ ਸੀ। ਫਿਰ ਉਸਨੂੰ ਘਸਾਣ ਦਾ ਇਫੈਕਟ ਦਿੱਤਾ ਤਾਂ ਕਿ ਇਹ ਲੱਗੇ ਕਿ ਇਹ ਪੁਰਾਣੇ ਵੇਲਿਆਂ ਦਾ ਕਿੱਸਾ। ਬਸ ਉਸਨੂੰ ਇੱਕ ਟੱਚ ਦੇਣਾ ਚਾਹੁੰਦੇ ਸੀ ਅਸੀਂ ਕਿੱਸੇ ਵਾਲੀ ਫੀਲਿੰਗ ਦਾ, ਇਸ ਕਰਕੇ। ਪਾਲੀ ਜੀ, ਮੈਂ ਬਹੁਤ ਹੈਰਾਨ ਆ ਕਿ ਤੁਸੀਂ ਕਿਹਾ ਕਿ ਤੁਸੀਂ ਕਦੇ ਕੋਈ ਕੁੱਤਾ ਨਹੀਂ ਪਾਲਿਆ, ਕਦੇ ਕੁੱਤਾ ਨਹੀਂ ਰੱਖਿਆ, ਪਰ ਇੰਨੀ ਖੂਬਸੂਰਤੀ ਨਾਲ ਇਹ ਚੀਜ਼ ਬਿਆਨ ਕੀਤੀ ਹੈ। ਮੈਂ ਜਿਵੇਂ ਜਿਵੇਂ ਕਿਤਾਬ ਪੜ੍ਹ ਰਹੀ ਸੀ, ਮੇਰੇ ਆਪਣੇ ਘਰ ਦੇ ਵਿੱਚ ਕੁੱਤਾ ਜ਼ਰੂਰ ਰੱਖਿਆ ਹੋਇਆ, ਛੋਟਾ ਜਿਹਾ ਪਿਆਰਾ ਕੁੱਤਾ ਹੈ। ਮੇਰਾ ਬਾਰ-ਬਾਰ ਇਹ ਦਿਲ ਕਰਦਾ ਸੀ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਸਾਂਝੀਆਂ ਕਰਾਂ ਉਹ ਗੱਲਾਂ ਜਿਹੜੀਆਂ ਮੈਂ ਪੜ੍ਹ ਰਹੀ ਸੀ। ਕਿਤੇ ਕਿਤੇ ਮੈਂ ਉਹਨਾਂ ਨੂੰ ਦੱਸਿਆ ਵੀ ਔਰ ਹੱਸਦੇ ਰਹੇ ਉਹ ਸੁਣ ਕੇ। ਇਹਦੇ ਨਾਲ ਕਿਤਾਬ ਪੜ੍ਹਨ ਦੇ ਨਾਲ ਜਿਨ੍ਹਾਂ ਲੋਕਾਂ ਦੇ ਅੰਦਰ ਥੋੜ੍ਹੀ ਜਿਹੀ ਸੈਂਸਿਟਿਵਿਟੀ ਹੈਗੀ ਹੈ ਉਹ ਹੋਰ ਜ਼ਿਆਦਾ ਸੈਂਸਿਟਿਵ ਹੋਏ ਹੋਣਗੇ ਜਾਨਵਰਾਂ ਪ੍ਰਤੀ, ਮੈਂ ਇਹ ਗੱਲ ਮਹਿਸੂਸ ਕਰਦੀ ਹਾਂ। ਪਰ ਮੇਰੇ ਮਨ ਦੇ ਵਿੱਚ ਬਹੁਤ ਵਾਰੀ ਇਹ ਚੀਜ਼ ਵੀ ਆਈ ਕਿ ਵੀ ਇਹ ਕਹਾਣੀ ਕਾਸ਼ ਕਿ ਕੁੱਤੇ ਵੀ ਪੜ੍ਹ ਸਕਣ, ਕਿ ਕੋਈ ਉਹਨਾਂ ਦੇ ਲਈ ਇਸ ਤਰ੍ਹਾਂ ਵੀ ਮਹਿਸੂਸ ਕਰਦਾ, ਉਹਨਾਂ ਲਈ ਕੋਈ ਇਸ ਤਰ੍ਹਾਂ ਵੀ ਲਿਖਦਾ। ਕਦੇ ਤੁਹਾਡੇ ਮਨ ਦੇ ਵਿੱਚ ਵੀ ਇਹ ਬੇਬਸੀ ਦਾ ਜਿਹੜਾ ਅਹਿਸਾਸ ਹੈ ਉਹ ਪੈਦਾ ਹੋਇਆ? ਮੇਰੇ ਤਾਂ ਬਹੁਤ ਹੋਇਆ ਇੱਕ ਪਾਠਕ ਦੇ ਤੌਰ 'ਤੇ। ਸੱਚੀ ਗੱਲ ਤਾਂ ਇਹ ਹੈ ਕਿ ਕਿੱਸਾ ਲਿਖਣ ਤੋਂ ਪਹਿਲਾਂ ਮੈਂ ਕਦੇ ਕੁੱਤੇ ਬਾਰੇ ਏਦਾਂ ਸੋਚਿਆ ਹੀ ਨਹੀਂ ਸੀ। ਜੇ ਮੈਨੂੰ ਤੁਸੀਂ ਪੁੱਛੋ ਤਾਂ ਮੈਨੂੰ ਨਹੀਂ ਕਦੇ ਲੱਗਿਆ ਸੀ ਕਿ ਕੁੱਤੇ ਜਿਹੜੇ ਹੁੰਦੇ ਨੇ ਇੰਨਾ ਕਿ ਤੁਸੀਂ ਉਹਨਾਂ ਪ੍ਰਤੀ ਸੈਂਸਿਟਿਵ ਹੋ ਸਕਦੇ ਹੋ। ਪਰ ਜਿਵੇਂ ਜਿਵੇਂ ਮੈਂ ਪੜ੍ਹਨਾ ਸ਼ੁਰੂ ਕੀਤਾ ਜਾਂ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ ਉਹ ਬਾਗ ਦੇ ਵਿੱਚ ਉਸ ਮਤਲਬ ਕਿ ਰੇਸ਼ਮਾ ਨੂੰ ਮਿਲਣ ਤੋਂ ਬਾਅਦ, ਤਾਂ ਮੈਂ ਉਦੋਂ ਬਾਅਦ ਇਹਦੇ ਕੁੱਤਿਆਂ ਪ੍ਰਤੀ ਸੈਂਸਿਟਿਵ ਹੋਇਆ। ਠੀਕ ਹੈ, ਜਿਵੇਂ ਜਿਵੇਂ ਮੈਂ ਅੰਦਰ ਉਤਰਦਾ ਗਿਆ ਮੈਨੂੰ ਲੱਗਦਾ ਮੇਰਾ ਇੱਕ ਪਲੱਸ ਪੁਆਇੰਟ ਹੈ ਜ਼ਿੰਦਗੀ ਦਾ ਕਿ ਇੱਕ ਤਾਂ ਮੇਰੀ ਆਬਜ਼ਰਵੇਸ਼ਨ ਠੀਕ ਹੈ, ਚੰਗੀ ਹੈ। ਮਤਲਬ ਕਿ ਆਮ ਲੋਕਾਂ ਨਾਲੋਂ ਮੈਂ ਜਲਦੀ ਸਿੱਖਦਾ। ਮੈਂ ਆਲੇ ਦੁਆਲੇ ਦੀਆਂ ਚੀਜ਼ਾਂ ਦੇਖ ਕੇ ਮੈਨੂੰ ਲੱਗਦਾ ਕਿ ਮੈਂ ਅੱਜ ਵੀ ਜਲਦੀ ਸਿੱਖਦਾ। ਮੈਂ ਇੱਕ ਵਧੀਆ ਵਿਦਿਆਰਥੀ ਹਾਂ, ਮੈਨੂੰ ਇੱਦਾਂ ਲੱਗਦਾ ਅਧਿਆਪਕ ਨਾਲੋਂ ਵੀ ਜ਼ਿਆਦਾ। ਔਰ ਦੂਜਾ ਮੈਨੂੰ ਇਹ ਲੱਗਦਾ ਮੇਰੀ ਇਮੈਜੀਨੇਸ਼ਨ ਜਿਹੜੀ ਕਲਪਨਾ ਸ਼ਕਤੀ ਆ ਉਹ ਬਹੁਤ ਸਟਰੋਂਗ ਹੈ। ਤਾਂ ਇਹਨਾਂ ਦੋ ਚੀਜ਼ਾਂ ਦੇ ਨਾਲ ਮੈਂ ਜਿਵੇਂ ਜਿਵੇਂ ਕਰੈਕਟਰ ਕ੍ਰੀਏਟ ਕਰਦਾ ਗਿਆ ਔਰ ਮਤਲਬ ਕਿ ਪਾਰਟੀਕੂਲਰਲੀ ਕਿ ਉਹ ਮਤਲਬ ਕਿ ਮਨੁੱਖਾਂ ਦੇ ਤੁਲਨਾ ਦੇ ਵਿੱਚ ਮੈਂ ਜਿਵੇਂ ਜਿਵੇਂ ਕਰੈਕਟਰ ਕ੍ਰੀਏਟ ਕਰਦਾ ਗਿਆ ਮੈਨੂੰ ਆਪ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਨੂੰ ਪਤਾ ਲੱਗਿਆ ਕਿ ਅਸੀਂ ਮਨੁੱਖਾਂ ਨੇ ਬੇਸਿਕਲੀ ਸ੍ਰਿਸ਼ਟੀ ਦੇ ਜਾਨਵਰਾਂ ਨਾਲ ਕੀਤਾ ਕੀ, ਆਲੇ ਦੁਆਲੇ ਨਾਲ ਕੀਤਾ ਕੀ ਅਸੀਂ। ਤਾਂ ਮੈਨੂੰ ਇਹ ਸੱਚੀ ਮੁੱਚੀ ਇੱਕ ਇੱਦਾਂ ਕਹਿ ਸਕਦੇ ਹੋ ਤੁਸੀਂ ਇਹ ਨਾਵਲ ਮੇਰਾ ਗਿਲਟ ਚੋਂ ਨਿਕਲਿਆ। ਰੈਦਰ ਜਿਵੇਂ ਜਿਵੇਂ ਮੈਂ ਅੰਦਰੋਂ ਸਿੱਖਦਾ ਗਿਆ ਤਿਵੇਂ ਤਿਵੇਂ ਮੇਰੇ ਅੰਦਰ ਇਹ ਗਿਲਟ ਪੈਦਾ ਹੁੰਦਾ ਗਿਆ ਕਿ ਯਾਰ ਅਸੀਂ ਮਨੁੱਖਾਂ ਨੇ ਸਭ ਤੋਂ ਜ਼ਿਆਦਾ ਸਾਡਾ ਪੁਰਾਣਾ ਸਾਥੀ ਹੈ ਕੁੱਤਾ ਸੀ, ਉਹਦੇ ਨਾਲ ਕੀਤਾ ਕੀ, ਹੋਰ ਜਾਨਵਰਾਂ ਨਾਲ ਕੀ ਕੀਤਾ, ਅਸੀਂ ਗੋਲੇ ਕਬੂਤਰਾਂ ਨਾਲ ਕੀ ਕੀਤਾ, ਅਸੀਂ ਕਿੰਨੀਆਂ ਪ੍ਰਜਾਤੀਆਂ ਜਾਨਵਰਾਂ ਦੀਆਂ ਮਾਰਤੀਆਂ, ਉਹ ਪੰਛੀ ਖਤਮ ਕਰਤੇ। ਇਹਦਾ ਮਤਲਬ ਮਨੁੱਖ ਬਹੁਤ ਕਰੂਲ ਹੈ। ਔਰ ਜਿਵੇਂ ਜਿਵੇਂ ਇਹ ਫੀਲਿੰਗ ਮੇਰੇ ਅੰਦਰ ਘਰ ਕਰਦੀ ਗਈ ਤੁਸੀਂ ਦੇਖ ਸਕਦੇ ਹੋ ਕਿ ਕਲਾਈਮੈਕਸ ਨਾਵਲ ਸ਼ੁਰੂ ਹੁੰਦਾ ਇੱਕ ਪ੍ਰੇਮ ਕਹਾਣੀ ਤੋਂ। ਉਹ ਸਿੰਪਲ ਰੌਕੀ ਰੇਸ਼ਮਾ ਦੀ ਪ੍ਰੇਮ ਕਹਾਣੀ ਹੈ। ਰੌਕੀ ਉਹਦੇ ਵਿੱਚ ਇੱਕ ਮਿਡਲ ਕਲਾਸ ਕੁੱਤਾ ਔਰ ਜਿਹੜੀ ਰੇਸ਼ਮਾ ਹੈ ਉਹ ਇੱਕ ਸਟ੍ਰੇ ਡੌਗ ਹੈ। ਦੋਨਾਂ ਦੇ ਵਿਚਕਾਰ ਇੱਕ ਕਨਫਲਿਕਟ ਹੈ ਦੋਨਾਂ ਦੇ ਹੈਸੀਅਤ ਦਾ ਔਰ ਦੋਨਾਂ ਦੀ ਪ੍ਰੇਮ ਸਟੋਰੀ ਸ਼ੁਰੂ ਹੁੰਦੀ ਹੈ, ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ। ਅਚਾਨਕ ਸ਼ੇਰੂ ਵਾਲਾ ਕਨਫਲਿਕਟ ਆ ਜਾਂਦਾ
ਲੇਕਿਨ ਅਚਾਨਕ ਫਿਰ ਕਹਾਣੀ ਜਦੋਂ ਅਫਲਾਤੂਨ ਦੇ ਆਉਣ ਤੋਂ ਬਾਅਦ ਮਨੁੱਖਾਂ ਤੇ ਕੁੱਤਿਆਂ ਦੀ ਲੜਾਈ ਦੇ ਵਿੱਚ ਜਿਵੇਂ ਟ੍ਰਾਂਸਫਰ ਹੁੰਦੀ ਹੈ, ਜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸ਼ਿਫਟ ਹੈ ਬੇਸਿਕਲੀ ਮੇਰੇ ਇਹ ਗਿਲਟ ਚੋਂ ਨਿਕਲਿਆ। ਠੀਕ ਹੈ ਕਿ ਅਸੀਂ ਅਫਲਾਤੂਨ ਦੀ ਸਾਰੀ ਲੜਾਈ ਮਨੁੱਖਾਂ ਦੇ ਖਿਲਾਫ ਹੈ। ਇਸ ਦੇ ਬਾਵਜੂਦ ਵੀ ਕਿ ਉਹ ਮਨੁੱਖਾਂ ਦੇ ਵਿੱਚ ਜੰਮਿਆ ਪਲਿਆ ਔਰ ਮਨੁੱਖਾਂ ਨੂੰ ਪਿਆਰ ਕਰਦਾ, ਉਹ ਆਪਣੇ ਮਤਲਬ ਕਿ ਪ੍ਰੋਫੈਸਰ ਨੂੰ ਪਿਆਰ ਕਰਦਾ ਉਹ, ਲੇਕਿਨ ਉਹ ਜਿਵੇਂ ਜਿਵੇਂ ਉਹ ਸਾਰੀ ਲੜਾਈ ਕਲਾਈਮੈਕਸ ਤੱਕ ਪਹੁੰਚਦੀ ਹੈ, ਮਨੁੱਖ ਤੇ ਕੁੱਤੇ ਇੱਕ ਦੂਜੇ ਦੇ ਵਿਰੋਧ 'ਚ ਖੜੇ ਹੁੰਦੇ ਆ, ਮੈਨੂੰ ਲੱਗਦਾ ਉਹ ਮੇਰੇ ਗਿਲਟ ਚੋਂ ਨਿਕਲਿਆ ਹੋਇਆ। ਮੈਨੂੰ ਲੱਗਦਾ ਮੈਂ ਉੱਥੇ ਕੁੱਤਿਆਂ ਪ੍ਰਤੀ ਝੁਕਿਆ ਹੋਇਆ। ਮੈਨੂੰ ਇੱਕ ਪਾਠਕ ਨੇ ਇਹ ਵੀ ਕਿਹਾ ਕਿ ਮੈਂ ਬਹੁਤ ਮਤਲਬ ਕਿ ਕੁੱਤਿਆਂ ਦੇ ਹੱਕ 'ਚ ਹੋ ਕੇ ਮਨੁੱਖਾਂ ਦੇ ਖਿਲਾਫ ਹੋ ਗਿਆ। ਮਾਮਲਾ ਏਦਾਂ ਨਹੀਂ ਹੈ, ਪਰ ਮੈਨੂੰ ਲੱਗਿਆ ਕਿ ਇਹ ਸਦੀਆਂ ਦੀ ਇੱਕ ਬਰਫ਼ ਹੈ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਸਾਨੂੰ ਕੁੱਤਿਆਂ ਬਾਰੇ, ਜਾਨਵਰਾਂ ਬਾਰੇ, ਮਨੁੱਖ ਦੀ ਇਸ ਪਸਾਰਵਾਦੀ ਨੀਤੀ ਬਾਰੇ, ਸੋਚ ਬਾਰੇ ਹੋਰ ਸੋਚਣ ਦੀ ਲੋੜ ਹੈ। ਤਾਂ ਕਾਫੀ ਹੱਦ ਤੱਕ ਮੈਨੂੰ ਇਹ ਲੱਗਦਾ ਕਿ ਮੇਰੇ ਇਹ ਗਿਲਟ ਦੇ ਵਿੱਚੋਂ ਨਿਕਲਿਆ ਹੋਇਆ ਨਾਵਲ ਹੈ। ਮੈਂ ਇਸ ਨਾਵਲ ਤੋਂ ਬਾਅਦ ਕੁੱਤਿਆਂ ਪ੍ਰਤੀ ਸੰਜੀਦਾ ਹੋਇਆ। ਘੱਟੋ ਘੱਟ ਹੁਣ ਮੈਨੂੰ ਸਵੇਰੇ ਮੇਰੀ ਗੱਡੀ ਥੱਲੇ ਇੱਕ ਅੱਧਾ ਕੁੱਤਾ ਬੈਠਾ ਹੋਵੇ ਨਾ, ਤੇ ਯਕੀਨ ਮੰਨੋ ਮੈਂ ਪਹਿਲਾਂ ਵਾਂਗੂ ਉਸ ਨੂੰ ਬਦਤਮੀਜ਼ੀ ਨਾਲ ਨਹੀਂ ਪਹੁੰਚਾਉਂਦਾ। ਇੰਨਾ ਕੁ ਜ਼ਰੂਰ ਮੇਰੀ ਸੋਚ ਵਿੱਚ ਆਪਦੇ ਫਰਕ ਆਇਆ। ਪਹਿਲਾਂ ਰਾਤ ਨੂੰ ਮੇਰੇ ਆਂਢ ਗੁਆਂਢ ਦੇ ਵਿੱਚ ਕੁੱਤੇ ਭੌਂਕਦੇ ਸੀ, ਮੈਨੂੰ ਬਹੁਤ ਤਕਲੀਫ ਹੁੰਦੀ ਸੀ। ਮੈਂ ਇੱਕ ਵਾਰੀ ਸ਼ਿਮਲੇ ਰਾਤ ਰਹਿਣ ਗਿਆ, ਇੱਕ ਹੋਟਲ ਦੇ ਵਿੱਚੋਂ ਮੈਂ ਸਿਰਫ ਇੰਨੀ ਗੱਲ ਤੇ ਬਾਈਕਾਟ ਕਰਨ ਨੂੰ ਤਿਆਰ ਹੋ ਗਿਆ, ਉੱਠ ਕੇ ਆਉਣ ਨੂੰ ਤਿਆਰ ਹੋ ਗਿਆ ਕਿ ਬਾਹਰ ਕੁੱਤੇ ਭੌਂਕ ਰਹੇ ਆ। ਅੱਛਾ, ਪਰ ਹੁਣ ਮੈਨੂੰ ਆਂਢ ਗੁਆਂਢ ਦੇ ਵਿੱਚ ਭੌਂਕਦੇ ਹੋਏ ਕੁੱਤੇ ਭੈੜੇ ਨਹੀਂ ਲੱਗਦੇ। ਮੈਨੂੰ ਲੱਗਦਾ ਕਿ ਨਹੀਂ, ਅਸੀਂ ਉਹਨਾਂ ਕੋਲੋਂ ਘਰ ਖੋਲੇ ਤੇ ਉਹ ਤਾਂ ਮਤਲਬ ਕਿ ਉਹ ਭੌਂਕਣ ਦੇ ਲਈ ਮਤਲਬ ਅਵਾਰਾ ਸ਼ਬਦ ਔਰ ਬੇਘਰੇ ਸ਼ਬਦ ਨੂੰ ਮੈਂ ਇਸੇ ਕਰਕੇ ਯੂਜ਼ ਕੀਤਾ। ਮੈਂ ਕਹਿੰਦਾ ਨਹੀਂ, ਉਹ ਅਵਾਰਾ ਨਹੀਂ ਹੈਗੇ, ਉਹ ਬੇਘਰੇ, ਅਸੀਂ ਉਹਨਾਂ ਕੋਲੋਂ ਘਰ ਖੋਏ। ਸੋ ਮੈਨੂੰ ਇਹ ਲੱਗਦਾ ਕਿ ਮੇਰੀ ਸੋਚ ਵਿੱਚ ਵੀ ਕਾਫੀ ਤਬਦੀਲੀ ਆਈ ਹੈ ਇਸ ਨਾਵਲ ਤੋਂ ਬਾਅਦ ਸਾਰੇ ਜਾਨਵਰਾਂ ਪ੍ਰਤੀ। ਬਿਲਕੁਲ ਅਵਾਰਾ ਨਹੀਂ ਹੈਗੇ, ਬੇਘਰੇ ਤੁਸੀਂ ਕਹਿ ਰਹੇ ਹੋ। ਮੈਂ ਇਹਦੇ ਵਿੱਚ ਇੱਕ ਹੋਰ ਚੀਜ਼ ਮਹਿਸੂਸ ਕੀਤੀ ਹੈ, ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਭੌਂਕਣਾ ਸ਼ਬਦ ਹੈ, ਅਸੀਂ ਅਕਸਰ ਜਦੋਂ ਕਿਸੇ ਮਨੁੱਖਾਂ ਨੂੰ ਇੱਕ ਦੂਸਰੇ ਬਾਰੇ ਅਸੀਂ ਉਹਨਾਂ ਦੇ ਬੋਲਣ ਨੂੰ ਮਾੜਾ ਕਹਿੰਦੇ ਹਾਂ, ਅਕਸਰ ਅਸੀਂ ਭੌਂਕਣਾ ਸ਼ਬਦ ਇਸਤੇਮਾਲ ਕਰਦੇ ਹਾਂ। ਪਰ ਮੈਂ ਹਰ ਵਾਰੀ ਹੁਣ ਉਸ ਤੋਂ ਬਾਅਦ ਕਿਤਾਬ ਪੜ੍ਹਨ ਤੋਂ ਬਾਅਦ ਜਦੋਂ ਇਹ ਭੌਂਕਣਾ ਸ਼ਬਦ ਮੇਰੇ ਜ਼ਿਹਨ 'ਚ ਵੀ ਆਇਆ ਨਾ, ਉਹ ਨਾ ਮਨੁੱਖਾਂ ਦੀ ਗੱਲ ਨਹੀਂ ਮੈਂ ਕਰ ਰਹੀ, ਈਵਨ ਕੁੱਤਿਆਂ ਦੀ ਵੀ ਜੇ ਗੱਲ ਕਰ ਰਹੀ ਹਾਂ, ਤੇ ਮੈਨੂੰ ਲੱਗਦਾ ਕਿ ਉਹ ਕੁਝ ਕਹਿ ਰਹੇ ਆ, ਉਹ ਕੁਝ ਕਹਿਣਾ ਚਾਹ ਰਹੇ ਆ। ਜੋ ਉਹ ਕਹਿ ਰਹੇ ਆ ਉਹ ਅਸੀਂ ਸਮਝ ਨਹੀਂ ਰਹੇ। ਯਕੀਨਨ ਤੌਰ 'ਤੇ ਉਹ ਜਦੋਂ ਵੀ ਮੂੰਹ ਖੋਲ੍ਹ ਰਹੇ ਆ ਕੁਝ ਕਹਿ ਰਹੇ ਆ, ਪਰ ਸਾਨੂੰ ਜਿਹੜਾ ਕੁੱਤਿਆਂ ਦਾ ਭੌਂਕਣਾ ਉਹ ਬਹੁਤ ਮਾੜਾ ਲੱਗਦਾ। ਹਮੇਸ਼ਾ ਅਸੀਂ ਉਹਨੂੰ ਮਾੜੇ ਸੰਦਰਭ ਦੇ ਵਿੱਚ ਹੀ ਵਰਤਦੇ ਰਹੇ ਹਾਂ, ਜਦਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਿੱਸਾ ਰੌਕੀ ਰੇਸ਼ਮਾ ਦੇ ਵਿੱਚ ਇਸ ਭੌਂਕਣ ਨੂੰ ਪੇਸ਼ ਕੀਤਾ, ਕਮਾਲ ਦਾ ਉਹ ਵੀ। ਉਹ ਕਹਿੰਦਾ ਕਿੱਸਾਕਾਰ ਥਾਂ ਥਾਂ ਦੇ ਉੱਪਰ ਇਹ ਗੱਲ ਕਹਿੰਦਾ ਕਿ ਸਾਡੇ ਲਈ ਕੁੱਤੇ ਜਦੋਂ ਵੀ ਬੋਲਦੇ ਆ, ਸਾਡੇ ਲਈ ਉਹ ਭੌਂਕਣਾ ਹੈ। ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕਦੇ ਰੋਂਦੇ ਹੋਣਗੇ, ਕਦੇ ਹੱਸਦੇ ਹੋਣਗੇ, ਕਦੇ ਕੁਝ ਕਹਿੰਦੇ ਹੋਣਗੇ, ਕਦੇ ਕੋਈ ਭਾਵਨਾ ਜ਼ਾਹਿਰ ਕਰਦੇ ਹੋਣਗੇ। ਤਾਂ ਕਿੱਸਾਕਾਰ ਇਸ ਗੱਲ ਦੇ ਉੱਪਰ ਕਟਾਕਸ਼ ਕਰਦਾ ਕਿ ਸਾਡੇ ਲਈ ਹਰ ਇੱਕ ਚੀਜ਼ ਉਹਨਾਂ ਦੀ ਭੌਂਕਣਾ ਹੀ ਹੈ। ਔਰ ਅਸੀਂ ਕੁੱਤਿਆਂ ਪ੍ਰਤੀ ਇਹੋ ਜਿਹੀ ਸੋਚ ਜਿਹੜੀ ਹੈ ਕੁੱਤੇ ਵਰਗੇ ਮਨੁੱਖਾਂ ਦੇ ਵਿੱਚੋਂ ਡਿਵੈਲਪ ਕੀਤੀ ਹੈ। ਗਲਤ ਅਸੀਂ ਕਰਦੇ ਹਾਂ, ਲੇਕਿਨ ਅਸੀਂ ਬਦਨਾਮ ਕੁੱਤਿਆਂ ਨੂੰ ਕੀਤਾ ਹੈ ਨਾ। ਕਿੱਸਾਕਾਰ ਥਾਂ ਥਾਂ ਦੇ ਉੱਪਰ ਇਹਦੇ ਉੱਪਰ ਕਮੈਂਟ ਕਰਦਾ। ਅਫਲਾਤੂਨ ਵੀ ਜਿਹੜਾ ਹੈ ਉਹ ਵਾਰ-ਵਾਰ ਇਸ ਗੱਲ ਦੇ ਉੱਪਰ ਕਮੈਂਟ ਕਰਦਾ। ਔਰ ਜਿਹੜੇ ਇਹਦੇ ਸਾਰੇ ਪਾਤਰ ਨੇ ਤਾਂ ਤੁਸੀਂ ਸਮਝ ਸਕਦੇ ਹੋ ਇਸੇ ਮੁਸ਼ਕਲ ਦੇ ਵਿੱਚ ਹੀ ਫਸੇ ਹੋਏ ਨੇ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਸਮਝਿਆ ਨਹੀਂ ਜਾ ਰਿਹਾ। ਪਾਲੀ ਜੀ, ਇਸ ਨਾਵਲ ਬਾਰੇ, ਇਸ ਕਿੱਸੇ ਬਾਰੇ ਕੋਈ ਹੋਰ ਗੱਲ ਤੁਸੀਂ ਕਰਨੀ ਚਾਹੋ ਜਿਹੜੀ ਮੈਂ ਤੁਹਾਡੇ ਕੋਲ ਪੁੱਛ ਨਾ ਸਕੀ ਹੋਵਾਂ? ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਕਿੱਸਾ ਮਜ਼ਾਕ ਹੈ, ਮਜ਼ਾਕ ਨਹੀਂ ਹੈ, ਇੱਕ ਨਾਵਲ ਦੇ ਤੌਰ ਤੇ ਲਿਖਿਆ ਹੈ। ਔਰ ਬਕਾਇਦਾ ਇਸ 'ਚ ਮੈਂ ਇੱਕ ਤਕਨੀਕ ਫਾਲੋ ਕੀਤੀ ਹੈ ਜਿਹੜੀ ਕਿ ਅਸੀਂ ਫਿਲਮਾਂ ਦੇ ਵਿੱਚ ਫਾਲੋ ਕਰਦੇ ਹਾਂ। ਅਸੀਂ ਉਸ ਨੂੰ ਬੀਟ ਸ਼ੀਟ ਕਹਿੰਦੇ ਹਾਂ। ਤਾਂ ਫਿਲਮਾਂ ਦੇ ਵਿੱਚ ਜਦੋਂ ਫਿਲਮ ਲਿਖੀ ਜਾਂਦੀ ਹੈ ਤਾਂ 2 ਘੰਟੇ ਦੀ ਕਿਉਂਕਿ ਫਿਲਮ ਹੁੰਦੀ ਹੈ ਤੇ ਉਸ ਨੂੰ ਇੱਕ ਬਿਲਕੁਲ ਬਹੁਤ ਵੱਡਾ ਤਾਕਤਵਰ ਸਟਰਕਚਰ ਚਾਹੀਦਾ ਹੁੰਦਾ, ਤਾਂ ਅਸੀਂ ਉਹਦੇ ਵਿੱਚ ਕੁਝ ਬੀਟਸ ਇਸਤੇਮਾਲ ਕਰਦੇ ਹਾਂ। ਤਾਂ ਉਹ ਬੀਟਸ ਕੀ ਹੁੰਦੀਆਂ ਨੇ, ਦੱਸਦੀਆਂ ਨੇ ਕਿ ਫਿਲਮ ਦਾ ਇੰਨਾ ਕੁ ਸਟਾਰਟਿੰਗ ਵਾਲਾ ਪੋਰਸ਼ਨ ਉਹਦੇ ਵਿੱਚ ਆਹ ਚੀਜ਼ਾਂ ਦਿਖਾਈਆਂ ਜਾਣੀਆਂ ਚਾਹੀਦੀਆਂ ਨੇ, ਫਿਰ ਅਗਲੇ ਪੋਰਸ਼ਨ ਦੇ ਵਿੱਚ ਆ, ਫਿਰ ਆ, ਫਿਰ ਆ, ਫਿਰ ਆ। ਫॉर एग्जांपल ਇੱਕ ਬਹੁਤ ਪਪੂਲਰ 16 ਪੁਆਇੰਟ ਬੀਟ ਸ਼ੀਟ ਹੈ ਜਿਹੜੀ ਕਿ ਆਮ ਤੌਰ ਤੇ ਐਪਿਕ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਤਾਂ ਉਹ ਬੀਟ ਸ਼ੀਟ ਇਹਦੇ ਵਿੱਚ ਮੈਂ ਇਸਤੇਮਾਲ ਕੀਤੀ ਹੈ। ਜੇ ਤੁਸੀਂ ਕਿੱਸਾ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਹਿਲਾ ਕਿਸੇ ਦਾ ਜਿਹੜਾ 15% 10% ਦਾ ਹਿੱਸਾ ਹੈ, ਅਸੀਂ ਉਸ ਨੂੰ ਇੰਟਰੋਡਕਟਰੀ ਇਮੇਜਸ ਐਂਡ ਐਸਟੈਬਲਿਸ਼ਮੈਂਟ ਦੇ ਟੈਕਨੀਕ ਦੇ ਨਾਮ ਨਾਲ ਜਾਣਦੇ ਹਾਂ। ਇਹਦੇ ਵਿੱਚ ਸਟਾਰਟਿੰਗ ਦੇ ਉੱਪਰ ਸਾਰੇ ਪਾਤਰ, ਥਾਵਾਂ ਤੇ ਕਹਾਣੀ ਦੀ ਟੋਨ ਐਸਟੈਬਲਿਸ਼ ਕੀਤੀ ਜਾਂਦੀ ਹੈ। ਠੀਕ ਹੈ, ਇਹਨੂੰ ਕਹਿੰਦੇ ਨੇ ਇੰਟਰੋਡਕਟਰੀ ਇਮੇਜਸ, ਕਿ ਅਸੀਂ ਸਾਰੇ ਦੀਆਂ ਸਾਰੀਆਂ ਇੰਟਰੋਡਕਟਰੀ ਇਮੇਜਸ। ਫਿਰ ਅਗਾਂਹ ਆ ਜਾਂਦਾ ਇੱਕ ਇਗਨੀਸ਼ਨ ਟੂ ਕਨਫਲਿਕਟ, ਇੱਕ ਛੋਟਾ ਜਿਹਾ ਪੁਆਇੰਟ ਆਉਂਦਾ ਜਿੱਥੋਂ ਬੇਸਿਕਲੀ ਪ੍ਰੋਬਲਮ ਸ਼ੁਰੂ ਹੁੰਦੀ ਹੈ। ਫਿਰ ਰਾਈਜ਼ਿੰਗ ਐਕਸ਼ਨ ਦਾ ਪੁਆਇੰਟ ਸ਼ੁਰੂ ਹੁੰਦਾ ਹੈ, ਫਿਰ ਉਹਦੇ ਵਿੱਚ ਕਨਫਲਿਕਟ ਵਧਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹ ਪੀਕ ਤੇ ਪਹੁੰਚਦਾ।
ਔਰ ਪੀਕ ਤੋਂ ਬਾਅਦ ਫਿਰ ਇੱਕ ਬੀਟ ਆਉਂਦੀ ਹੈ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਕੈਟਾਸਟ੍ਰੋਫੀ ਵੀ ਕਹਿ ਦਿੰਦੇ ਨੇ ਕੁਝ ਲੋਕ, ਔਰ ਕੁਝ ਲੋਕ ਉਸ ਨੂੰ ਸਿੰਪਲੀਫਾਈ ਕਰਕੇ ਕਹਿ ਦਿੰਦੇ ਨੇ ਕਿ ਆਲ ਇਜ਼ ਗੋਨ, ਕਿ ਸਭ ਕੁਝ ਖਤਮ ਹੋ ਗਿਆ। ਤਾਂ ਇਸ ਕਿੱਸੇ ਦੇ ਵਿੱਚ ਬਕਾਇਦਾ ਇਦਾਂ 16 ਪੁਆਇੰਟ ਜਿਹੜੇ ਨੇ ਉਹ ਬੀਟ ਸ਼ੀਟ ਦੇ ਰੂਪ ਦੇ ਵਿੱਚ ਚੱਲਦੇ ਨੇ। ਫਿਰ ਰਿਵਾਈਵਲ ਆਉਂਦਾ, ਫਿਰ ਰਿਵਾਈਵਲ ਤੋਂ ਬਾਅਦ ਕਲਾਈਮੈਕਸ ਆਉਂਦਾ, ਤੇ ਫਿਰ ਕਲਾਈਮੈਕਸ ਤੋਂ ਗਾਂ ਰੈਜ਼ੋਲੂਸ਼ਨ ਪੁਆਇੰਟ ਆਉਂਦਾ। ਠੀਕ ਹੈ, ਇਹ ਸਾਰੇ ਜਿਹੜੀ ਪੂਰੀ ਦੀ ਪੂਰੀ ਫਿਲਮ ਇੰਡਸਟਰੀ ਦੀ ਬੀਟ ਸ਼ੀਟ ਦੇ ਹਿਸਾਬ ਦੇ ਨਾਲ ਇੱਕ ਕਿੱਸਾ ਲਿਖਿਆ ਗਿਆ। ਮਤਲਬ ਕਿ ਮੈਂ ਇਸ 'ਚ ਬਕਾਇਦਾ ਟੈਕਨੀਕ ਇਸਤੇਮਾਲ ਕੀਤੀ ਹੈ। ਜੇ ਤੁਸੀਂ ਕਿੱਸਾ, ਤੁਸੀਂ ਜਿਵੇਂ ਕਿ ਸਟਾਰਟਿੰਗ 'ਚ ਕਿਹਾ ਵੀ ਕਿ ਅੱਧ ਵਿਚਕਾਰ ਜਿਹੜੇ ਕਿੱਸੇ ਦੇ ਵਿੱਚ ਨਾਵਲਕਾਰ ਘਟ ਜਾਂਦਾ ਔਰ ਕਿੱਸਾਕਾਰ ਘਟ ਜਾਂਦਾ ਤੇ ਕਹਾਣੀ ਅਗਾਂਹ ਚੱਲਦੀ ਹੈ, ਤਾਂ ਉਹਦਾ ਕਾਰਨ ਹੈ ਕਿ ਕਿੱਸਾਕਾਰ ਆਪਣਾ ਸਾਰਾ ਰੋਲ ਪੀਕ ਤੱਕ ਨਿਭਾ ਚੁੱਕਿਆ। ਜੀ ਬਿਲਕੁਲ, ਠੀਕ ਹੈ, ਉਸਨੇ ਇੰਟਰੋਡਕਟਰੀ ਇਮੇਜਸ ਕ੍ਰੀਏਟ ਕਰਤੀਆਂ, ਬੰਨਿਆ ਜਾਂਦਾ ਉਦੋਂ ਪਾਠਕ, ਜਾਂ ਉਸ ਪੋਰਸ਼ਨ ਦੇ ਵਿੱਚ ਜਿੱਥੇ ਮਤਲਬ ਕਿ ਕਨਫਲਿਕਟ ਰਾਈਜ਼ ਹੋ ਰਿਹਾ ਉੱਥੇ ਉਹ ਆ ਕੇ ਬਕਵਾਸ ਨਹੀਂ ਕਰ ਸਕਦਾ। ਦੋ ਧਿਰਾਂ ਲੜ ਰਹੀਆਂ ਨੇ ਤਾਂ ਉੱਥੇ ਮਤਲਬ ਕਿ ਕਿੱਸਾਕਾਰ ਦੀ ਬਕਵਾਸ ਬਿਲਕੁਲ ਵੀ ਨਹੀਂ ਆ, ਕੋਈ ਮਜ਼ਾਕ ਨਹੀਂ ਕਰ ਰਿਹਾ, ਮਾਮਲਾ ਸੀਰੀਅਸ ਹੋ ਚੁੱਕਿਆ ਹੈ। ਔਰ ਲੜਾਈ ਉੱਪਰ ਕਲਾਈਮੈਕਸ ਹੈ, ਔਰ ਕਲਾਈਮੈਕਸ ਦੇ ਉੱਪਰ ਕਿੱਸਾਕਾਰ ਕੁਝ ਨਹੀਂ ਬੋਲਦਾ, ਕਿਉਂਕਿ ਤੁਸੀਂ ਜਾਣਦੇ ਜਦੋਂ ਜੰਗ ਸ਼ੁਰੂ ਹੋ ਜਾਂਦੀ ਹੈ, ਕਲਾਈਮੈਕਸ ਸ਼ੁਰੂ ਹੋ ਚੁੱਕਿਆ ਹੈ, ਤਾਂ ਉੱਥੇ ਟੋਟਲੀ ਭਾਵਾਂ ਦੀ ਖੇਡ ਹੈ, ਉੱਥੇ ਟੋਟਲੀ ਇਮੋਸ਼ਨਸ ਆ ਰਹੇ ਨੇ। ਤਾਂ ਮੈਂ ਉੱਥੇ ਕਿੱਸਾਕਾਰ ਨੂੰ ਨਹੀਂ ਲੈ ਕੇ ਆਇਆ। ਤਾਂ ਬੀਟ ਜਿੱਥੇ ਜਿੱਥੇ ਮੇਰੇ ਕੋਲ ਲੱਗਦਾ ਸੀ ਕਿ ਇੱਥੇ ਬੀਟ ਦੇ ਵਿੱਚ ਕਿੱਸਾਕਾਰ ਆ ਸਕਦਾ, ਕਿੱਸਾਕਾਰ ਉੱਥੇ ਹੀ ਆਉਂਦਾ ਹੈ, ਅਦਰਵਾਈਜ਼ ਕਿੱਸਾਕਾਰ ਵਿੱਚੋਂ ਗਾਇਬ ਹੋ ਜਾਂਦਾ ਹੈ। ਔਰ ਇਮੋਸ਼ਨਸ ਜਿਹੜੇ ਨੇ ਉਹ ਵੀ ਬੀਟ ਦੇ ਹਿਸਾਬ ਨਾਲ ਚੱਲਦੇ ਨੇ। ਜਿੱਥੇ ਬੀਟ ਸਟਾਰਟਿੰਗ ਦੇ ਵਿੱਚ ਲਾਈਟਸ ਬੀਟਸ ਨੇ ਤਾਂ ਉੱਥੇ ਮਜ਼ਾਕ ਵੀ ਹੋ ਰਹੇ ਨੇ, ਅਸੀਂ ਉੱਥੇ ਫਨ ਕਰ ਰਹੇ ਹਾਂ, ਚੌੜ ਕਰ ਰਹੇ ਹਾਂ। ਲੇਕਿਨ ਜਦੋਂ ਹੀ ਇਹ ਕਲਾਈਮੈਕਸ ਦੇ ਵੱਲ ਵੱਧਦਾ ਕਿੱਸਾ, ਉੱਥੇ ਫਿਰ ਕੁਝ ਨਹੀਂ ਹੁੰਦਾ। ਜਦੋਂ ਫਿਰ ਨਵਾਂ ਕੋਈ ਪਾਤਰ ਇੰਟਰੋਡਿਊਸ ਹੁੰਦਾ ਤਾਂ ਫਿਰ ਜਿਵੇਂ ਸ਼ਮਸ਼ੇਰ ਸਿੰਘ ਦਾ ਕਰੈਕਟਰ ਇੰਟਰੋਡਿਊਸ ਹੁੰਦਾ, ਜਾਂ ਜਿਹੜੀ ਉਹ ਡਾਕਟਰ ਹੈ ਉਹਦਾ ਕਰੈਕਟਰ, ਨਿਮਰਤ ਦਾ ਕਰੈਕਟਰ ਇੰਟਰੋਡਿਊਸ ਹੁੰਦਾ, ਉੱਥੇ ਥੋੜੀ ਜਿਹੀ ਲਿਬਰਟੀ ਜ਼ਰੂਰ ਲੈਂਦਾ ਦੁਬਾਰਾ। ਅਦਰਵਾਈਜ਼ ਜਿਹੜਾ ਹੈ ਇਹ ਬੀਟਸ ਦੇ ਹਿਸਾਬ ਨਾਲ 16 ਬੀਟਸ ਜਿਹੜੀਆਂ ਨੇ ਮੈਂ ਆਇਡੈਂਟੀਫਾਈ ਕਰਕੇ ਦੱਸ ਸਕਦਾ ਕਿ ਆਹ ਇੰਨੇ ਪਹਿਲੇ ਚੈਪਟਰ ਫਲਾਣੀ ਬੀਟ ਦੇ ਨੇ, ਇੰਨੇ ਚੈਪਟਰ ਫਲਾਣੀ ਬੀਟ ਦੇ ਨੇ, ਇੰਨੇ ਚੈਪਟਰ ਫਲਾਣੀ ਬੀਟ ਦੇ ਨੇ। ਤਾਂ ਮੈਂ ਬਿਲਕੁਲ ਟੈਕਨੀਕ ਦੇ ਹਿਸਾਬ ਦੇ ਨਾਲ ਫਿਲਮ ਇੰਡਸਟਰੀ 'ਚ ਵਰਤੀ ਜਾਂਦੀ ਟੈਕਨੀਕ ਹੈ ਉਸ ਨੂੰ ਇਸਤੇਮਾਲ ਕੀਤਾ। ਉਹਦੇ ਨਾਲ ਇਹ ਕਿੱਸਾ ਜਿਹੜਾ ਹੈ ਪੜ੍ਹਨ ਵਾਲੇ ਪਾਤਰ ਨੂੰ ਕਹਾਣੀ ਨਾਲੋਂ ਜੇ ਨਹੀਂ ਟੁੱਟਦਾ ਤਾਂ ਬੇਸਿਕਲੀ ਇਹਦੇ ਪਿੱਛੇ ਇੱਕ ਸਟਰਕਚਰ ਪਿਆ, ਮਤਲਬ ਕਿ ਬਕਾਇਦਾ ਟੈਕਨੀਕਲੀ ਕਾਫੀ ਰਿਚ ਸਟਰਕਚਰ ਪਿਆ। ਪਾਲੀ ਜੀ, ਕਦੇ ਇਸ ਨਾਵਲ ਦੇ ਉੱਤੇ ਫਿਲਮ ਬਣ ਸਕਦੀ ਹੈ? ਬੇਸਿਕਲੀ ਤਾਂ ਇਹ ਖਾਸ ਕਰਕੇ ਪੰਜਾਬੀ ਦੇ ਵਿੱਚ ਬਹੁਤ ਚੈਲੰਜਿੰਗ ਕੰਮ ਹੋਏਗਾ। ਅੰਗਰੇਜ਼ੀ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਜ਼ਰੂਰ ਬਣਦੀਆਂ ਰਹੀਆਂ ਕਿ ਜਿਹੜੇ ਜਾਨਵਰ ਨੇ ਤੁਰੇ ਫਿਰਦੇ ਗੱਲਾਂ ਕਰਦੇ ਆ। ਹਜੇ ਤੱਕ ਮੈਨੂੰ ਹਿੰਦੀ ਵਿੱਚ ਜਾਂ ਪੰਜਾਬੀ ਦੇ ਵਿੱਚ ਕੋਈ ਇਹੋ ਜਿਹੀ ਮੂਵੀ ਮੇਰੇ ਖਿਆਲ 'ਚ ਨਹੀਂ ਆ ਰਹੀ। ਮੇ ਬੀ ਤੁਸੀਂ ਉਹਦਾ ਜ਼ਿਕਰ ਕਰ ਸਕੋ। ਕੀ ਤੁਹਾਡੇ ਜ਼ਿਹਨ 'ਚ ਹੈਗਾ ਕਿ ਇੱਕ ਦਿਨ ਇਹਨੂੰ ਸਕਰੀਨ 'ਤੇ ਵੀ ਲਿਆਂਦਾ ਜਾਏ? ਮੈਂ ਹੁਣ ਜਦੋਂ ਇਸ ਨੂੰ ਪੜ੍ਹਦਾ ਮੈਨੂੰ ਲੱਗਦਾ ਇਹ ਬਣੀ ਤਾਂ ਨਹੀਂ ਫਿਲਮ ਹੈ, ਕਿਉਂਕਿ ਮੈਂ ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਕਿ ਸਟਰਕਚਰ ਦੇ ਵਿੱਚ ਪਈ ਵੀ ਇੱਕ ਮਤਲਬ ਕਿ ਫਿਲਮ ਦੀ ਤਕਨੀਕ ਹੀ ਪਈ ਹੈ, ਪੂਰੀ ਦੀ ਪੂਰੀ ਬੀਟ ਸ਼ੀਟ ਪੂਰੀ ਦੀ ਫਿਲਮ ਦੀ ਇਸਤੇਮਾਲ ਕੀਤੀ ਗਈ ਹੈ, ਤਾਂ ਇਹਦੀ ਕਹਾਣੀ ਫਿਲਮ ਵਾਂਗੂ ਅੱਗੇ ਚੱਲਦੀ ਹੈ। ਤਾਂ ਆਫਕੋਰਸ ਇਹ ਇੱਕ ਫਿਲਮ ਦਾ ਮਸਾਲਾ। ਹੁਣ ਕਾਫੀ ਦੇਰ ਤੋਂ ਮੈਂ ਫਿਲਮਾਂ ਲਿਖ ਰਿਹਾ ਤੇ ਮੈਂ ਕੁਝ ਵੀ ਲਿਖਦਾ ਉਹਦੇ ਵਿੱਚ ਮਤਲਬ ਕਿ ਸਿਨੇਮੇ ਦਾ ਪ੍ਰਭਾਵ ਆ ਰਿਹਾ, ਮੈਂ ਆਪ ਵੀ ਮਹਿਸੂਸ ਕਰਦਾ। ਤੇ ਇਹ ਇੱਕ ਬਣੀ ਤਣੀ ਫਿਲਮ ਹੈ, ਜਿਵੇਂ ਸ਼ਾਇਦ ਕਿਉਂਕਿ ਮਹਿੰਗੀ ਫਿਲਮ ਹੈ, ਸਾਡਾ ਭਾਰਤ ਦੀ ਸਿਨੇਮਾ ਵਾਲੇ ਇਹੋ ਜਿਹਾ ਐਨੀਮੇਸ਼ਨ ਦਾ ਕੰਮ ਅਫੋਰਡ ਨਹੀਂ ਕਰਦਾ, ਇਹਦੇ ਵਿੱਚ ਬਹੁਤ ਹੈਵੀ ਗ੍ਰਾਫਿਕਸ ਦਾ ਕੰਮ ਚਾਹੀਦਾ। ਤੇ ਮੇ ਵੀ ਕੋਈ ਕਦੇ ਫਿਊਚਰ ਦੇ ਵਿੱਚ ਹੋਰ ਕੋਈ ਬਣਾਵੇ। ਮੇਰੇ ਕੋਲ ਤਾਂ ਐਡੇ ਵੱਡੇ ਪ੍ਰੋਡਿਊਸਰ ਨਹੀਂ ਆਉਂਦੇ, ਲੇਕਿਨ ਸ਼ਾਇਦ ਕਦੇ ਬਣੇ। ਹੁਣ ਇਹ ਨਾਵਲ ਹਿੰਦੀ ਦੇ ਵਿੱਚ ਟਰਾਂਸਲੇਟ ਹੋਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਤੇ ਜਦੋਂ ਹਿੰਦੀ ਵਿੱਚ ਜਾਊਗਾ ਤਾਂ ਮੇ ਵੀ ਕੁਝ ਹਿੰਦੀ ਪ੍ਰੋਡਿਊਸਰਾਂ ਕੋਲੇ ਪਹੁੰਚੂਗਾ ਤੇ ਸ਼ਾਇਦ ਉਹ ਟਰਾਈ ਕਰਨ। ਹਾਂ, ਇਹ ਬਣੀ ਤਣੀ ਫਿਲਮ ਹੈ, ਔਰ ਕਿਉਂਕਿ ਇਹਦਾ ਸਾਰਾ ਸਟਰਕਚਰ ਹੀ ਫਿਲਮ ਨੂੰ ਮੈਂ ਤੁਹਾਨੂੰ ਮੈਂ ਕਲਾਈਮੈਕਸ ਦੇ ਉੱਪਰ ਕਿੱਸਾਕਾਰ ਚੌੜ ਵੀ ਕਰਦਾ ਨਾ, ਕਿ ਜਦੋਂ ਕਲਾਈਮੈਕਸ ਦੇ ਉੱਪਰ ਰੇਸ਼ਮਾ ਦੇ ਬਾਰੇ, ਰੇਸ਼ਮਾ ਦੇ ਮਤਲਬ ਕਿ ਉਹਦੇ ਬਾਪੂ ਦੇ ਨਾਲ ਰਿਸ਼ਤਾ ਜ਼ਾਹਿਰ ਹੁੰਦਾ, ਤਾਂ ਉੱਥੇ ਮਤਲਬ ਕਿ ਮੈਂ ਤੁਹਾਨੂੰ ਕਿੱਸਾਕਾਰ ਦੇ ਤੌਰ ਤੇ ਕਹਿਣਾ ਕਿ ਤੁਸੀਂ ਚਾਹੋਗੇ ਨਾ, ਤੁਸੀਂ ਸੋਚੋਗੇ ਕਿ ਆਹ ਕੀ ਫਿਲਮੀ ਜੀ ਕਹਾਣੀ ਹੈ, ਟਵਿਸਟ ਲੈ ਗਈ। ਤਾਂ ਫਿਰ ਮੈਂ ਉੱਥੇ ਮਤਲਬ ਕਿ ਸਟਾਇਰ ਵੀ ਕੀਤਾ ਕਿ ਤੁਸੀਂ ਫਿਲਮਾਂ ਦੇਖ ਦੇਖ ਕੇ ਹੁਣ ਤੁਹਾਨੂੰ ਸਾਹਿਤ ਪੜ੍ਹਨ ਦੀ ਸਮਝ ਹੀ ਭੁੱਲ ਗਈ ਹੈਗੀ, ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਜ਼ਿੰਦਗੀ ਸਾਰੀ ਫਿਲਮ ਹੋ ਚੁੱਕੀ ਹੈ। ਇਦਾਂ ਦਾ ਉਹ ਕਿੱਸਾਕਾਰ ਸਟਾਇਰ ਵੀ ਕਰਦਾ, ਕਿਉਂਕਿ ਮੈਨੂੰ ਜਿੱਥੇ ਜਿੱਥੇ ਲੱਗਿਆ ਕਿ ਨਹੀਂ ਇਹ ਚੀਜ਼ ਫਿਲਮੀ ਹੋ ਰਹੀ ਹੈ, ਤਾਂ ਫਿਰ ਮੈਂ ਉਸਨੂੰ ਮਤਲਬ ਕਿ ਕਿੱਦਾਂ ਲੈਵਲ ਦੇ ਵਿੱਚ ਕੀਤਾ। ਉਹ ਤਰੀਕਾ ਇਹ ਸੀਗਾ। ਉਹ ਲੋਕਾਂ ਦੀ ਕਹਿੰਦਾ ਤੁਹਾਨੂੰ ਸਨਸਨੀ ਪਸੰਦ ਆਉਂਦੀ ਹੈ, ਜਿੰਨ ਤੱਕ ਸਨਸਨੀ ਨਾ ਹੋਵੇ ਤੁਸੀਂ ਕਿੱਸਾ ਪੜ੍ਹਦੇ ਨਹੀਂ। ਮੈਨੂੰ ਜਾਣਬੁੱਝ ਕੇ ਤੁਹਾਡੇ ਚੱਕਰ ਦੇ ਵਿੱਚ ਸਨਸਨੀ ਰੱਖਣੀ ਪੈ ਰਹੀ ਹੈ, ਤਾਂ ਮੈਂ ਉੱਥੇ ਚੀਜ਼ਾਂ ਨੂੰ ਏਦਾਂ ਲੈਵਲ ਦੇ ਵਿੱਚ ਕੀਤਾ। ਮੈਨੂੰ ਪਤਾ ਸੀਗਾ ਕਿ ਇੱਥੇ ਦਰਸ਼ਕਾਂ ਦਾ, ਪਾਠਕਾਂ ਦਾ ਇਹ ਪ੍ਰਤੀਕਰਮ ਆਊਗਾ ਕਿ ਆਹ ਕੀ ਹੋ ਗਿਆ, ਇਹ ਤਾਂ ਫਿਲਮੀ ਜਿਹਾ ਸੀਨ ਹੈ। ਤਾਂ ਮੈਂ ਉੱਥੇ ਕੌਨਸ਼ੀਅਸ ਸੀ, ਮੈਂ ਪਹਿਲਾਂ ਹੀ ਉੱਥੇ ਉਹਦਾ ਐਕਸਕਿਊਜ਼ ਕ੍ਰੀਏਟ ਕਰਕੇ ਰੱਖਿਆ। ਇਹਦੇ ਵਿੱਚ ਇੱਕ ਤੁਸੀਂ ਹੋਰ ਚੀਜ਼ ਨੋਟ ਕਰ ਸਕਦੇ ਹੋ ਕਿ ਕਿੱਸਾ ਪੜ੍ਹਦੇ ਪੜ੍ਹਦੇ ਪਾਠਕ ਦੇ ਮਨ ਦੇ ਵਿੱਚ ਵਾਰ-ਵਾਰ ਸਵਾਲ ਆਉਂਦੇ ਨੇ, ਤੇ ਯਕੀਨ ਮੰਨੋ ਮੈਂ ਇੱਕ ਚੈਪਟਰ ਲਿਖਣ ਤੋਂ ਬਾਅਦ ਫਿਰ ਮੈਂ ਸਵਾਲ ਨੋਟ ਕਰਦਾ ਸੀ ਕਿ ਇਸ ਨੂੰ ਪੜ੍ਹ ਕੇ ਕੀ ਸਵਾਲ ਆਊ। ਫਿਰ ਮੈਂ ਅਗਾਂਹ 3 ਸਫ਼ੇ ਛੱਡ ਕੇ ਉਸ ਸਵਾਲ ਦਾ ਜਵਾਬ ਫੀਡ ਕਰਦਾ ਸੀ।
ਲਗਾਤਾਰ ਤੁਸੀਂ ਇਸ ਕਿਸੇ ਨੂੰ ਪੜ੍ਹਦੇ ਹੋਏ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਹੋ ਜਿਹਾ ਸਵਾਲ ਨਹੀਂ ਆ ਸਕਦਾ ਜਿਹਦਾ ਅਗਾਂਹ ਚੱਲ ਕੇ ਤੁਹਾਨੂੰ ਜਵਾਬ ਨਾ ਮਿਲੇ। ਜੀ ਠੀਕ ਹੈ, ਮੈਂ ਲਗਾਤਾਰ ਇਸ ਚੀਜ਼ ਨੂੰ ਫਿਰ ਮੈਂ ਟੈਕਨੀਕ ਦੇ ਤੌਰ ਤੇ ਇਸਤੇਮਾਲ ਕੀਤੀ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦਾ ਕੀ, ਮੈਂ ਉਹਨੂੰ ਬਾਅਦ ਚ ਦੱਸੂਗਾ। ਤਾਂ ਮੈਂ ਬਾਅਦ ਦੇ ਵਿੱਚ ਲਿੰਗਰ ਔਨ ਕਰਦਾ ਰਿਹਾ, ਨਾਲੇ ਤਾਂ ਉਤਸੁਕਤਾ ਬਣੀ ਰਹੀ ਜੀ ਤੇ ਨਾਲੇ ਮਤਲਬ ਕਿ ਕੋਈ ਚੀਜ਼ ਅਧੂਰੀ ਨਹੀਂ ਰਹੀ। ਮਤਲਬ ਕਿ ਇਹ ਲਿਖਣ ਦੇ ਵਿੱਚ ਬਹੁਤ ਫਨ ਸੀ, ਮਜ਼ਾ ਆਇਆ ਇਹ ਚੀਜ਼ਾਂ ਲਿਖ ਕੇ। ਪਾਲੀ ਜੀ, ਤੁਹਾਡੇ ਇੱਥੇ ਨਾਟਕ ਕੈਨੇਡਾ ਦੇ ਵਿੱਚ ਮੈਨੂੰ ਦੇਖਣ ਦਾ ਮੌਕਾ ਮਿਲਿਆ, ਰੋਂਗ ਨੰਬਰ ਦੇਖਿਆ, ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਤੇ ਉਸ ਤੋਂ ਬਾਅਦ ਰਾਤ ਚਾਨਣੀ ਦੇਖਣ ਦਾ ਮੌਕਾ ਮਿਲਿਆ। ਆਉਂਦੇ ਦਿਨਾਂ 'ਚ ਹੁਣ ਵਰਲਡ ਥੀਏਟਰ ਡੇ ਦੇ ਨੇੜੇ ਇੱਕ ਤੁਹਾਡਾ ਨਾਟਕ ਹੋਰ ਖੇਲਿਆ ਜਾਏਗਾ, ਗੱਲਾਂ ਤੇਰੀਆਂ। ਉਮੀਦ ਕਰਦੇ ਹਾਂ ਕਿ ਜਦੋਂ ਕਦੇ ਇਨ ਫਿਊਚਰ ਇੱਥੇ ਹੋਰ ਤੁਹਾਡੇ ਨਾਟਕ ਹੋਣਗੇ, ਕਦੇ ਤੁਹਾਨੂੰ ਵੀ ਸਟੇਜ 'ਤੇ ਦੇਖਣ ਦਾ, ਸੁਣਨ ਦਾ ਮੌਕਾ ਮਿਲੂਗਾ। ਵੈਸੇ ਲੇਖਕਾਂ ਬਾਰੇ ਅਕਸਰ ਗੱਲ ਇਹ ਕਹੀ ਜਾਂਦੀ ਆ ਕਿ ਲੇਖਕਾਂ ਨੂੰ ਸਿਰਫ ਪੜ੍ਹਿਆ ਜਾਣਾ ਚਾਹੀਦਾ, ਉਹਨਾਂ ਨੂੰ ਬੋਲਦੇ ਹੋਏ ਸੁਣਨ ਦੀ ਜਾਂ ਫਿਰ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪਰ ਤੁਹਾਡੇ ਨਾਲ ਗੱਲਾਂ ਕਰਕੇ ਚੰਗਾ ਲੱਗਾ ਅਤੇ ਉਮੀਦ ਕਰਦੇ ਹਾਂ ਕਿ ਇਨ ਫਿਊਚਰ ਇਹੋ ਜਿਹੇ ਤੁਹਾਡੇ ਜਿਹੜੇ ਹੋਰ ਪ੍ਰੋਜੈਕਟਸ ਨੇ ਉਹ ਸਾਡੇ ਸਾਹਮਣੇ ਆਉਂਦੇ ਰਹਿਣਗੇ। ਅੱਜ ਦੀ ਇਸ ਗੱਲਬਾਤ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਜੋ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।